ਸਤਿ ਸ਼੍ਰੀ ਅਕਾਲ, ਮੈਂ ਰਾਜਵੀਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਫਰ ਟੀਵੀ। ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਇਸ ਸੰਘਰਸ਼ ਦੇ ਵਿੱਚ ਇੱਕ ਉੱਭਰਵਾਂ ਚਿਹਰਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਕਿ ਕਿਸ ਤਰ੍ਹਾਂ ਇਹ ਕਾਨੂੰਨ ਨੇ ਜੋ ਬਿੱਲ ਪਾਸ ਹੋਇਆ ਆਮ ਆਦਮੀ ਲਈ ਕਿੱਦਾਂ ਇਹ ਘਾਤਕ ਸਿੱਧ ਹੋਵੇਗਾ। ਪ੍ਰਧਾਨ ਜੀ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਆਪ ਜੀ ਨੇ ਮੈਨੂੰ ਆਪਣੇ ਇਸ ਮਾਧਿਅਮ ਦੇ ਉੱਤੇ ਬੈਠ ਕੇ ਗੱਲ ਕਰਨ ਦਾ ਮੌਕਾ ਦਿੱਤਾ। ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਕਿ ਇਹ ਜਿਹੜੇ ਤਿੰਨੇ ਕਾਨੂੰਨ ਨੇ ਇਹ ਕਿਸ ਤਰ੍ਹਾਂ ਮਤਲਬ ਲੋਕਾਂ ਦੇ ਜੀਵਨ ਦੇ ਉੱਤੇ ਪ੍ਰਭਾਵ ਪਾਉਣਗੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਨਵੇਂ ਕਾਨੂੰਨ ਦੋ ਬਣੇ ਨੇ ਤੇ ਤੀਜਾ ਜਿਹੜਾ ਉਹ ਕਾਨੂੰਨਾਂ ਦੇ ਵਿੱਚ ਇੱਕ ਕਾਨੂੰਨ ਪੁਰਾਣਾ ਚੱਲਿਆ ਆ ਰਿਹਾ ਸੀ 1955 ਤੋਂ ਲੈ ਕੇ ਐਸੈਂਸ਼ੀਅਲ ਕਮੋਡਿਟੀ ਐਕਟ 1955, ਉਹਦੇ ਵਿੱਚ ਸਾਡੀ ਸਰਕਾਰ ਨੇ ਸੋਧਾਂ ਕੀਤੀਆਂ। ਸਵਾਲ ਇਸ ਗੱਲ ਦਾ ਹੈ ਕਿ ਇਹ ਸਾਰੇ ਦੇ ਸਾਰੇ ਤਿੰਨੇ ਕਾਨੂੰਨਾਂ ਦੀ ਕੜੀ ਹੈ ਜਿਹੜੀ ਸੰਬੰਧ ਇੱਕ ਦੂਜੇ ਦੇ ਨਾਲ ਬਹੁਤ ਬਰੀਕੀ ਦੇ ਨਾਲ ਮਹੀਨਤਾ ਦੇ ਨਾਲ ਜੁੜਿਆ ਹੋਇਆ ਹੈ ਔਰ ਇੰਨਾ ਵਧੀਆ ਢੰਗ ਨਾਲ ਇੱਕ ਦੂਜੇ ਦੇ ਨਾਲ ਇਹ ਫਿੱਟ ਕੀਤਾ। ਜੇ ਉਹਨੂੰ ਤੁਸੀਂ ਸੀਰੀਅਸਲੀ ਵਾਚੋਗੇ ਨਾ ਤੇ ਆਪਣੇ ਆਪ ਤੁਹਾਨੂੰ ਪਤਾ ਲੱਗੂਗਾ ਕਿ ਪਹਿਲੇ ਕਾਨੂੰਨ ਚੋਂ ਦੀ ਜਦੋਂ ਕੰਮ ਪੂਰਾ ਹੁੰਦਾ ਤੇ ਦੂਸਰੇ ਕਾਨੂੰਨ ਦਾ ਕੰਮ ਉਦੋਂ ਸ਼ੁਰੂ ਹੋ ਜਾਂਦਾ। ਦੂਸਰੇ ਕਾਨੂੰਨ ਦਾ ਕੰਮ ਪੂਰਾ ਹੁੰਦਾ ਤੇ ਤੀਸਰੇ ਕਾਨੂੰਨ ਦਾ ਕੰਮ ਉਸੇ ਵੇਲੇ ਸ਼ੁਰੂ ਹੋ ਜਾਂਦਾ ਹੈ। ਆਪਣੇ ਆਪ ਜਦੋਂ ਗੱਲਬਾਤ ਕਰਾਂਗੇ ਤੁਹਾਨੂੰ ਗੱਲਬਾਤ ਦੇ ਵਿੱਚੋਂ ਇਹ ਸਮਝ ਆਊਗੀ ਗੱਲ। ਮੈਂ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਇਸ ਗੱਲ ਦੀ ਮਤਲਬ ਗੱਲ ਕਰਾਂਗਾ ਕਿ ਜਿਹੜਾ ਇਹਨਾਂ ਨੇ ਕੰਟਰੈਕਟ ਫਾਰਮਿੰਗ ਦੇ ਵਾਸਤੇ ਐਕਟ ਬਣਾਇਆ ਹੈ ਭਾਰਤ ਸਰਕਾਰ ਨੇ, ਉਹਦੇ ਵਿੱਚ ਦੋ ਤਿੰਨ ਗੱਲਾਂ ਬੜੀਆਂ ਇਹਨਾਂ ਨੇ ਅਹਿਮ ਬਣਾਈਆਂ ਜਿਹੜੀਆਂ ਵੇਖਣ ਨੂੰ ਐ ਲੱਗਦੀਆਂ ਨੇ ਕਿ ਕਾਨੂੰਨ ਬਹੁਤ ਵਧੀਆ, ਲੇਕਿਨ ਅੱਗੇ ਜਾ ਕੇ ਜਦੋਂ ਕਾਨੂੰਨ ਦਾ ਸਹੀ ਰੂਪ ਸਾਹਮਣੇ ਆਉਂਦਾ ਤੇ ਕਾਨੂੰਨ ਬੜਾ ਖਤਰਨਾਕ ਹੈ। ਇਸ ਕਾਨੂੰਨ ਦੇ ਵਿੱਚ ਇੱਕ ਗੱਲ ਇਹਨਾਂ ਨੇ ਇਹ ਕਹੀ ਹੈ ਜਿਹੜੀ ਬੜੀ ਸੋਹਣੀ ਲੱਗਦੀ ਹੈ। ਉਹ ਕਿਹਾ ਕਿ ਕਿਸਾਨ ਆਪਦੀ ਜ਼ਮੀਨ ਜਿਹੜੀ ਹੈ, ਜ਼ਮੀਨ ਹੈ ਕਿਸਾਨ ਦੀ, ਨਾ ਉਹ ਕੋਈ ਠੇਕੇ 'ਤੇ ਲੈ ਸਕਦਾ ਹੈ, ਨਾ ਕੋਈ ਬੈਲ ਲੈ ਸਕਦਾ, ਨਾ ਕੋਈ ਗਹਿਣੇ ਲੈ ਸਕਦਾ ਹੈ। ਇੱਥੋਂ ਤੱਕ ਗੱਲ ਬੜੀ ਵਧੀਆ ਲੱਗਦੀ ਹੈ ਕਿ ਬਸ ਗੱਲ ਬਹੁਤ ਠੀਕ ਹੈ। ਲੇਕਿਨ ਇਸੇ ਕਾਨੂੰਨ ਦੇ ਵਿੱਚ ਅਗਲੀ ਦੇ ਇੱਕ ਲਾਈਨ ਦੇ ਜਾ ਕੇ ਜਦੋਂ ਅਸੀਂ ਇਹਨੂੰ ਪੜ੍ਹਾਂਗੇ ਤਾਂ ਉੱਥੇ ਜਾ ਕੇ ਇਹ ਲਿਖਿਆ ਆ ਜਾਂਦਾ ਹੈ ਕਿ 5 ਸਾਲ ਤੋਂ ਵੱਧ ਲੰਬੀ ਲੀਜ਼ ਨਹੀਂ ਕੀਤੀ ਜਾ ਸਕਦੀ। ਇਹਦਾ ਮਤਲਬ ਹੈ ਜਿਹੜਾ ਜਿੱਥੇ ਪਹਿਲਾਂ ਕਿਹਾ ਸੀ ਵੀ ਠੇਕੇ 'ਤੇ ਨਹੀਂ ਲਿਆ ਜਾ ਸਕਦਾ, ਉਹਨੇ ਆਪਣੇ ਆਪ ਇਸ ਲਾਈਨ ਨੇ ਉਸ ਲਾਈਨ ਨੂੰ ਖਤਮ ਕਰਤਾ। ਉਹਦੇ ਕੋਈ ਮਗਰਲੀ ਗੱਲ ਦੀ ਕੋਈ ਵੈਲਿਊ ਨਹੀਂ ਰਹਿ ਗਈ। ਉਸ ਤੋਂ ਅੱਗੇ ਜਾ ਕੇ ਫਿਰ ਇੱਕ ਗੱਲ ਹੋਰ ਲਿਖੀ ਹੈ। ਉਹਦੇ 'ਚ ਕੀ ਲਿਖਿਆ ਇਹਨਾਂ ਨੇ ਕਿ ਜਿਹੜਾ ਕਿਸਾਨ ਤੇ ਕੰਟਰੈਕਟਰ ਆ ਜਿਹੜਾ ਜਾਂ ਜਿਹੜੇ ਜਿਹਨੂੰ ਰਿਸਪੌਂਸਰਡ ਕਹਿ ਰਹੇ ਨੇ, ਸਪੌਂਸਰਡ ਤੇ ਕਿਸਾਨ ਦੋਨੇ ਅਗਰ ਸਹਿਮਤ ਨੇ ਤਾਂ ਫਿਰ ਜਿਵੇਂ ਮਰਜ਼ੀ ਹੋ ਸਕਦਾ ਹੈ। ਇਸ ਗੱਲ ਨੂੰ ਇੱਥੇ ਧਿਆਨ ਫੋਕਸ ਰੱਖਣਾ ਹੈ ਸਾਰੇ ਵੀਰਾਂ ਨੇ ਕਿ ਜਿਹੜੀ ਆਹ ਲਾਈਨ ਪਾਈ ਹੈ ਕਿ ਕਿਸਾਨ ਤੇ ਸਪੌਂਸਰਡ ਅਗਰ ਦੋਨੇ ਸਹਿਮਤ ਨੇ ਤਾਂ ਫਿਰ ਜਿਵੇਂ ਮਰਜ਼ੀ ਹੋ ਸਕਦਾ। ਭਾਵ ਜ਼ਮੀਨ ਜਿੰਨੀ ਮਰਜ਼ੀ ਲੰਬੀ ਲੀਜ਼ 'ਤੇ ਲਈ ਜਾ ਸਕਦੀ ਹੈ, ਜ਼ਮੀਨ ਠੇਕੇ 'ਤੇ ਵੀ ਲਈ ਜਾ ਸਕਦੀ ਹੈ, ਜ਼ਮੀਨ ਗਹਿਣੇ ਵੀ ਲਈ ਜਾ ਸਕਦੀ ਹੈ, ਜ਼ਮੀਨ ਬੈ ਵੀ ਲਈ ਜਾ ਸਕਦੀ ਹੈ। ਇਹ ਗੱਲ ਹੈ। ਹੁਣ ਇਹਦੇ ਦਾਲੇ ਜਦੋਂ ਆਪਾਂ ਇਹਦੀ ਰੋਸ਼ਨੀ ਦੇ ਵਿੱਚ ਜਦੋਂ ਜਾਵਾਂਗੇ ਤੇ ਸਾਰੀ ਕਹਾਣੀ ਇੱਥੇ ਸ਼ੁਰੂ ਹੁੰਦੀ ਹੈ। ਹੁਣ ਸਵਾਲ ਇਸ ਗੱਲ ਦਾ ਹੈ ਕਿ ਕਿਸਾਨ ਨੂੰ ਇਹ ਖੁੱਲ੍ਹਾ ਛੱਡਤਾ ਕਿ ਜ਼ਮੀਨ ਤੇਰੀ ਮਰਜ਼ੀ ਹੈ, ਤੂੰ ਦੇ, ਤੇਰੀ ਮਰਜ਼ੀ ਹੈ ਨਾ ਦੇ। ਹੁਣ ਜਿਹੜੇ ਮਗਰਲਾ ਕਾਨੂੰਨ ਹੈ ਉਹ ਕਾਨੂੰਨ ਇੱਕ ਐਸਾ ਕਾਨੂੰਨ ਹੈ ਜਿਹੜਾ ਕਿਸਾਨ ਨੂੰ ਮਜਬੂਰ ਕਰ ਦੇਗਾ ਕਿ ਇਹ ਜ਼ਮੀਨ ਉਹਨੂੰ ਠੇਕੇ 'ਤੇ ਦੇਣੀ ਹੀ ਪੈਣੀ ਹੈ, ਹਰ ਹਾਲ ਦੇ ਵਿੱਚ ਦੇਣੀ ਪੈਣੀ ਹੈ। ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਇਹਨੂੰ ਜਦੋਂ ਸਮਝਣਾ ਹੈ ਤਾਂ ਆਪਾਂ ਨੂੰ ਫਿਰ ਮਗਰਲਾ ਕਾਨੂੰਨ ਹੈ ਜਿਹੜਾ APMC ਮੰਡੀ ਦੇ ਸੰਬੰਧ ਜੋ ਇਹਨਾਂ ਨੇ ਬਣਾਇਆ ਹੈ ਉਸ ਕਾਨੂੰਨ ਦੇ ਉੱਤੇ ਝਾਤੀ ਮਾਰਨੀ ਪਏਗੀ। ਪਹਿਲਾ ਕਾਨੂੰਨ ਉਸ ਕਾਨੂੰਨ ਦੇ ਵਿੱਚ ਇਹ ਲੈ ਕੇ ਆਈ ਹੈ ਸਾਡੀ ਸਰਕਾਰ ਕਿ ਮੰਡੀ ਦੇ ਬਰਾਬਰ ਇੱਕ ਪੈਰਲਲ ਜਿਹੜੀ ਸਰਕਾਰੀ ਮੰਡੀ ਅੱਜ ਸਾਡੀ ਚੱਲਦੀ ਹੈ ਇਹਦੇ ਪੈਰਲਲ ਬਾਹਰਲੇ ਪਾਸੇ ਇੱਕ ਪ੍ਰਾਈਵੇਟ ਮੰਡੀ ਹੋਰ ਚੱਲੇਗੀ। ਸਰਕਾਰੀ ਮੰਡੀ ਦੇ ਵਿੱਚ ਟੈਕਸਿਸ ਹੋਣਗੇ, ਸਰਕਾਰੀ ਮੰਡੀ ਦੇ ਵਿੱਚ ਮੰਡੀ ਬੋਰਡ ਦੇ ਨਿਯਮ ਹੋਣਗੇ, ਸਰਕਾਰੀ ਮੰਡੀ ਦੇ ਵਿੱਚ ਜਿਹੜਾ ਫਸਲ ਜਾਂਦੀ ਆ ਉੱਥੋਂ FCI ਫਸਲ ਖਰੀਦੇਗੀ ਔਰ ਸਰਕਾਰੀ ਰੇਟ ਦੇ ਉੱਤੇ ਖਰੀਦੇਗੀ। ਬਾਹਰਲੀ ਜਿਹੜੀ ਮੰਡੀ ਆ ਗਈ ਉਹਦੇ ਵਿੱਚ ਇਹ ਕਰ ਦਿੱਤਾ ਗਿਆ, ਸਰਕਾਰ ਨੇ ਆਪਣੇ ਕਾਨੂੰਨ ਦੇ ਵਿੱਚ ਲੈ ਕੇ ਆਈ ਕਿ ਅਸੀਂ ਜਿਹੜਾ ਵਪਾਰੀ ਬਾਹਰ ਮਾਲ ਖਰੀਦੇਗਾ ਉਹਦੇ ਉੱਤੇ ਮੰਡੀ ਬੋਰਡ ਦਾ ਕੋਈ ਨਿਯਮ ਲਾਗੂ ਨਹੀਂ ਹੋਏਗਾ। ਪਹਿਲੀ ਗੱਲ, ਉਹਨੂੰ ਮੰਡੀ ਫੀਸ ਨਹੀਂ ਲਾਗੂ ਹੋਏਗੀ, ਉਹਨੇ ਮੰਡੀ ਫੀਸ ਨਹੀਂ ਭਰਨੀ, ਮੰਡੀ ਫੀਸ ਤੋਂ ਛੂਟ ਆ ਉਹਨੂੰ ਬਾਹਰਲੇ ਵਪਾਰੀ ਨੂੰ। ਔਰ ਅਗਲੀ ਜਿਹੜੀ ਤੀਜੀ ਗੱਲ ਆ ਬੜੀ ਖਤਰਨਾਕ ਹੈ, ਜਿਹੜੀ ਸਮਝਣ ਵਾਲੀ, ਜਿਹੜੀ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ, ਸਵਾਲੀਆ ਚਿੰਨ੍ਹ ਲਾਉਂਦੀ ਹੈ ਨਵ ਕਾਨੂੰਨਾਂ ਦੇ ਉੱਤੇ, ਉਹ ਇਹ ਹੈ ਕਿ ਇਹਨਾਂ ਨੇ ਸਰਕਾਰ ਨੇ ਉਹਦੇ 'ਚ ਇਹ ਪਾਤਾ ਕਿ ਅਗਰ ਫਸਲ ਵੇਚਣ ਵਾਲੇ ਕਿਸਾਨ ਦਾ ਤੇ ਜਿਹੜਾ ਫਸਲ ਖਰੀਦਣ ਵਾਲਾ ਖਰੀਦਦਾਰ ਹੈ ਉਹਨਾਂ ਦੋਹਾਂ ਦਾ ਅਗਰ ਕਿਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਡਿਸਪਿਊਟ ਹੁੰਦਾ ਹੈ ਤਾਂ ਕਿਸਾਨ ਕੋਰਟ ਨਹੀਂ ਜਾ ਸਕਦਾ। ਇਸ ਗੱਲ ਨੂੰ ਪਾਉਣਾ, ਇਹਦੇ ਵਿੱਚ ਦਰਜ ਕਰ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਤੇ ਇਹਨਾਂ ਦੀ ਇੱਥੇ ਸਾਡੀ ਸਰਕਾਰ ਦੀ ਨੀਅਤ ਦੇ ਉੱਤੇ
ਨੂੰ ਸਪਸ਼ਟ ਕਰਦਾ ਹੈ ਕਿ ਇਹ ਨੀਅਤ ਖੋਟੀ ਦਾ ਸਬੂਤ ਹੈ। ਹੁਣ ਆਪਾਂ ਸਵਾਲ ਅੱਗੇ ਲੈ ਕੇ ਚੱਲਾਂਗੇ ਵੀ ਇਹ ਨੀਅਤ ਖੋਟੀ ਕਿਵੇਂ ਹੈ। ਦੇਖੋ, ਸਰਕਾਰ ਨੇ ਹੁਣ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਟੈਕਸ ਵੀ ਲਾਵਾਂਗੇ, ਜਿਹੜੀਆਂ ਬਾਹਰੋਂ ਮਾਲ ਖਰੀਦੂਗਾ ਅਸੀਂ ਸੋਧਾਂ ਕਰ ਦਿੰਦੇ ਹਾਂ, ਟੈਕਸ ਵੀ ਲਾ ਦਿਆਂਗੇ। ਇਹ ਕਹਿਤਾ ਵੀ ਉਹ ਮੰਡੀ ਬੋਰਡ ਦੇ ਕਾਨੂੰਨਾਂ ਦੇ ਅੰਡਰ ਵੀ ਆਏਗਾ, ਇਹ ਵੀ ਕਰਤਾ। ਇਹ ਵੀ ਕਹਿ ਦਿੱਤਾ ਕਿ ਜਿਹੜੇ ਕਿਸਾਨਾਂ ਨੂੰ ਅਸੀਂ ਕਹਿ ਰਹੇ ਸੀ ਵੀ ਤੁਸੀਂ ਕੋਰਟ ਨਹੀਂ ਜਾ ਸਕਦੇ, ਉਹ ਵੀ ਅਸੀਂ ਮਤਲਬ ਇਹਨੂੰ ਸੋਧ ਕਰਕੇ ਕਰ ਦਿੰਦੇ ਹਾਂ, ਕੋਰਟ ਵੀ ਕਿਸਾਨ ਜਾ ਸਕੂਗਾ। ਹੁਣ ਇੱਥੇ ਆ ਕੇ ਬਹੁਤ ਸਾਰਾ ਇੱਕ ਭਰਮ ਰਹਿ ਜਾਂਦਾ ਸਾਡੇ ਆਮ ਜਿਹੜੇ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਗੱਲਾਂ ਤਾਂ ਬਹੁਤ ਮੰਨ ਲਈਆਂ ਸਰਕਾਰ ਨੇ, ਰਹਿ ਤਾਂ ਕੁਛ ਨਹੀਂ ਗਿਆ ਬਾਕੀ। ਹੁਣ ਜਥੇਬੰਦੀਆਂ ਕਿਉਂ ਜਿੱਦ ਕਰ ਰਹੀਆਂ? ਇੱਥੇ ਇੱਕ ਗੱਲ ਬਹੁਤ ਵੱਡੀ ਨੋਟ ਕਰਨ ਵਾਲੀ ਹੈ ਕਿ ਸਰਕਾਰ ਦੀ ਮਨਸ਼ਾ ਇਹ ਸੀ ਕਿ ਮੰਡੀ ਦੇ ਬਰਾਬਰ, ਸਰਕਾਰੀ ਮੰਡੀ ਦੇ ਬਰਾਬਰ ਪੈਰਲਰ ਇੱਕ ਪ੍ਰਾਈਵੇਟ ਮੰਡੀ ਲੈ ਕੇ ਆਉਣਾ। ਉਹ ਮੰਡੀ ਹਜੇ ਵੀ ਖੜੀ ਹੈ, ਸਰਕਾਰ ਇਹਦੇ ਤੋਂ ਪਿੱਛੇ ਨਹੀਂ ਹਟੀ, ਮੰਡੀ ਦੇ ਬਰਾਬਰ ਮੰਡੀ ਖੜੇਗੀ। ਹੁਣ ਸਾਡੀ ਇੱਥੇ ਸਵਾਲ ਇਸ ਗੱਲ ਦਾ ਹੈ ਕਿ ਅਸੀਂ ਜਿੰਨਾ ਕੁਝ ਵੇਖਿਆ ਇਹ ਤੋਂ ਪਹਿਲਾਂ, ਸਾਡਾ ਜਿਹੜਾ ਇਤਿਹਾਸ ਜਾਂ ਅਸੀਂ ਜੋ ਜਿਵੇਂ ਵੀ ਹੋਇਆ, ਜਿਵੇਂ ਸਰਕਾਰ ਇਹ ਕਹਿੰਦੀ ਹੈ ਵੀ ਕਿਤੇ ਵੀ ਤੁਸੀਂ ਦੱਸੋ ਕਾਨੂੰਨ ਦੇ ਵਿੱਚ ਕਿੱਥੇ ਲਿਖਿਆ ਵੀ ਜ਼ਮੀਨ ਜਾਏਗੀ। ਅਸੀਂ ਸਰਕਾਰ ਤੋਂ ਇਹ ਗੱਲ ਪੁੱਛਣੀ ਚਾਹੁੰਦੇ ਹਾਂ ਕਿ ਜਿਸ ਵੇਲੇ ਈਸਟ ਇੰਡੀਆ ਕੰਪਨੀ ਇੰਡੀਆ 'ਚ ਆਈ ਸੀ, ਉਹ ਵਪਾਰ ਕਰਨ ਆਈ ਸੀ, ਕੇਵਲ ਵਪਾਰ ਕਰਨ। ਕਿੱਥੇ ਲਿਖਿਆ ਸੀ ਈਸਟ ਇੰਡੀਆ ਕੰਪਨੀ ਨੇ ਆਪਦੀਆਂ ਸ਼ਰਤਾਂ ਦੇ ਵਿੱਚ ਕਿ ਅਸੀਂ ਭਾਰਤ 'ਤੇ ਰਾਜ ਕਰਾਂਗੇ? ਉਹ ਵੀ ਇੱਕ ਲੁਕਮਾ ਏਜੰਡਾ ਸੀ ਉਹਨਾਂ ਦਾ। ਇਹਦੇ ਵਿੱਚ ਵੀ ਉਸੇ ਤਰ੍ਹਾਂ ਦਾ ਇੱਕ ਲੁਕਮਾ ਏਜੰਡਾ ਹੈ। ਆਪਾਂ ਨੂੰ ਪਤਾ ਇਸ ਗੱਲ ਦਾ ਕਿ ਜਦੋਂ ਵੀ ਪ੍ਰਾਈਵੇਟ ਕੋਈ ਅਦਾਰਾ ਸਰਕਾਰੀ ਅਦਾਰੇ ਦੇ ਪੈਰਲਰ ਖੜਾ ਹੋਇਆ ਹੈ, ਉਹਨੇ ਸਰਕਾਰੀ ਅਦਾਰੇ ਨੂੰ ਆਪਣੇ ਆਪ ਮਾਤ ਪਾਈ ਹੈ। ਸਾਡੀਆਂ ਸਰਕਾਰਾਂ ਨੇ ਉਹ ਸਿਸਟਮ ਹੀ ਐਸਾ ਬਣਾਇਆ ਕਿ ਸਰਕਾਰੀ ਅਦਾਰੇ ਫੇਲ ਹੋਏ ਨੇ। ਜਿਵੇਂ ਜੀਓ ਨੇ ਸਾਡਾ ਸੈੱਲ 1 ਬਰਬਾਦ ਕੀਤਾ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਸਬੂਤ ਕੋਈ ਦੂਰ ਨਹੀਂ ਹਰਾਵਾਂ। ਅਗਲੀ ਗੱਲ, ਪ੍ਰਾਈਵੇਟ ਹਸਪੀਟਲਾਂ ਨੇ ਸਰਕਾਰੀ ਹਸਪੀਟਲ ਬਰਬਾਦ ਕੀਤੇ ਨੇ, ਸਾਡੇ ਅੱਖਾਂ ਦੇ ਸਾਹਮਣੇ ਨੇ। ਪ੍ਰਾਈਵੇਟ ਸਕੂਲ ਹਸਪੀਟਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰਬੰਧ ਹੋ ਗਏ, ਲੇਕਿਨ ਜਿਹੜੇ ਸਰਕਾਰੀ ਹਸਪੀਟਲ ਸੀ ਉਹਨਾਂ ਦੇ ਵਿੱਚ ਜਿੱਡੀ ਵੱਡੀ ਪੱਧਰ ਦੇ ਉੱਤੇ ਸਾਡੇ ਟੈਸਟ ਹੋਣੇ ਚਾਹੀਦੇ ਸੀਗੇ ਮਨੁੱਖੀ ਬਾਡੀ ਦੇ, ਉਹ ਟੈਸਟਾਂ ਦਾ ਪ੍ਰਬੰਧ ਵੀ ਨਹੀਂ ਮਤਲਬ ਸਰਕਾਰੀ ਹਸਪੀਟਲਾਂ ਸਰਕਾਰ ਨੇ ਕੀਤਾ, ਜਾਣਬੁੱਝ ਕੇ ਨਹੀਂ ਹੋਇਆ ਔਰ ਬਰਬਾਦ ਕਰਨ ਦੀ ਇੱਕ ਨੀਅਤ ਨਾਲ। ਇਸੇ ਤਰ੍ਹਾਂ ਜਿਵੇਂ ਸਾਡੇ ਸਕੂਲ ਬਣੇ ਸਰਕਾਰੀ, ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲਾਂ ਨੂੰ ਬਰਬਾਦ ਕੀਤਾ, ਐਜੂਕੇਸ਼ਨ ਦਾ ਢਾਂਚਾ ਖਤਮ ਹੋਇਆ। ਇਸ ਤੋਂ ਅੱਗੇ ਪ੍ਰਾਈਵੇਟ ਟਰਾਂਸਪੋਰਟ ਆਈ, ਪ੍ਰਾਈਵੇਟ ਟਰਾਂਸਪੋਰਟ ਨੇ ਸਰਕਾਰੀ ਟਰਾਂਸਪੋਰਟ ਨੂੰ ਬਰਬਾਦ ਕੀਤਾ। ਇਹ ਸਾਰੀਆਂ ਮਿਸਾਲਾਂ ਸਾਡੇ ਸਾਹਮਣੇ ਪਈਆਂ ਨੇ। ਹੁਣ ਪ੍ਰਾਈਵੇਟ ਮੰਡੀ ਸਰਕਾਰੀ ਮੰਡੀ ਨੂੰ ਕਿਵੇਂ ਬਰਬਾਦ ਕਰੇਗੀ, ਇਹਨੂੰ ਕਲੀਅਰ ਕਰਨ ਦੀ ਲੋੜ ਹੈ ਇੱਥੇ। ਕਿ ਦੇਖੋ, ਇੱਥੇ ਤਾਂ ਸਰਕਾਰ ਨੇ ਉਹਨਾਂ ਨੂੰ ਰਿਆਇਤ ਦੇ ਦਿੱਤੀ ਸੀ ਨਾ ਵੀ ਅਸੀਂ ਤੁਹਾਨੂੰ ਫੀਸ ਲੱਗਣੀ ਨਹੀਂ, ਔਰ ਉਹ ਜਿਹੜੀ ਫੀਸ ਦੀ ਰਿਆਇਤ ਦਿੱਤੀ ਸੀ ਉਹ 164 ਰੁਪਏ ਪ੍ਰਤੀ ਕੁਇੰਟਲ ਇੱਕ ਫਸਲ ਮਗਰ ਰਿਆਇਤ ਮਿਲੀ ਸੀ ਉਹਨਾਂ ਨੂੰ। ਔਰ ਉਹਨਾਂ 164 ਦੇ ਨੂੰ ਹੀ ਜੇਕਰ ਉਹ ਕਿਸਾਨ ਨੂੰ ਵੱਧ ਰੇਟ ਦੇ ਦਿੰਦੇ ਨਾ, 164 ਰੁਪਏ ਹੀ ਜਿਹੜੇ ਉਹਨਾਂ ਨੂੰ ਰਿਆਇਤ ਹੋਣੀ ਸੀ, ਉਹਨੇ ਨਾਲ ਹੀ ਕਿਸਾਨ ਨੇ ਵੱਡੀ ਪੱਧਰ ਦੇ ਉੱਤੇ ਫਸਲ ਮਤਲਬ ਵਪਾਰੀ ਨੂੰ ਪ੍ਰਾਈਵੇਟ ਪਲੇਅਰ ਨੂੰ ਵੇਚਣੀ ਸੀ। ਪਰ ਅੱਜ ਸਰਕਾਰ ਨੇ ਕਹਿਤਾ ਵੀ ਅਸੀਂ ਟੈਕਸ ਲਾਵਾਂਗੇ। ਠੀਕ ਹੈ, ਟੈਕਸ ਲਾਊਗੀ ਸਰਕਾਰ। ਅੱਗੇ ਜਾ ਕੇ ਕੀ ਹੈ, ਪ੍ਰਾਈਵੇਟ ਪਲੇਅਰ ਹੈ, ਕਦੇ ਵੀ ਕੋਈ ਪ੍ਰਾਈਵੇਟ ਕੰਪਨੀ ਜਦੋਂ ਆਉਂਦੀ ਆ ਉਹ ਆਪਣਾ ਇੱਕ ਬਜਟ ਕ੍ਰੀਏਟ ਕਰਦੀ ਆ। ਕਾਹਦੇ ਲਈ? ਕਿ ਅਸੀਂ ਆਪਦੇ ਜਿਹੜੇ ਕੰਪੀਟੀਟਰ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ ਹੈ। ਕੰਪੀਟੀਟਰ ਕੌਣ ਹੈ ਇਹਨਾਂ ਦਾ? FCI। ਕੰਪੀਟੀਟਰ ਕੌਣ ਹੈ ਇਹਨਾਂ ਦਾ? ਸਰਕਾਰੀ ਮੰਡੀ ਢਾਂਚਾ। ਸਰਕਾਰੀ ਮੰਡੀ ਢਾਂਚਾ ਤੇ FCI ਉਹ ਸਾਰੇ ਸਿਸਟਮ ਨੂੰ ਖਤਮ ਕਰਨ ਵਾਸਤੇ ਸਰਕਾਰੀ ਰੇਟ ਨਾਲੋਂ ਵੱਧ ਕੇ ਜਿਹੜਾ ਉਹਨਾਂ ਦਾ ਫੰਡ ਕ੍ਰੀਏਟ ਕੀਤਾ ਹੋਏਗਾ ਉਹ ਸਾਰੇ ਸਿਸਟਮ ਨੂੰ ਬਰਬਾਦ ਕਰਨ ਲਈ, ਤਾਂ ਉਹਦੇ ਵਿੱਚ ਕੀ ਕਰਨਗੇ ਕਿ ਕਿਸਾਨ ਨੂੰ ਸਰਕਾਰੀ ਰੇਟ ਮੰਨ ਲਓ ਅੱਜ 1888 ਰੁਪਏ ਝੋਨੇ ਦਾ ਰੇਟ ਹੈ, ਕਿਸਾਨ ਨੂੰ ਇਹ 1888 ਦੀ ਬਜਾਏ ਅਗਰ 1850 ਰੁਪਈਆ ਝੋਨੇ ਦਾ ਰੇਟ ਦੇ ਦੇਣ ਜਾਂ 1850 ਰੁਪਈਆ ਵੀ ਝੋਨੇ ਦਾ ਰੇਟ ਦੇ ਦੇਣ, ਤੇ ਮੈਨੂੰ ਨਹੀਂ ਲੱਗਦਾ ਗਾ ਵੀ ਕੋਈ ਕਿਸਾਨ ਮਤਲਬ ਫਸਲ ਉਧਰ ਨਾ ਵੇਚੇਗਾ। ਉਹ ਤਕਰੀਬਨ 90% ਫਾਰਮਰ ਉਹ ਹੋਣਗੇ ਜਿਹੜੇ ਫਸਲ ਪ੍ਰਾਈਵੇਟ ਪਲੇਅਰ ਨੂੰ ਬਾਹਰਲੀ ਮੰਡੀ ਪ੍ਰਾਈਵੇਟ ਮੰਡੀ 'ਚ ਫਸਲ ਵੇਚਣਗੇ। ਔਰ ਜਦੋਂ ਪ੍ਰਾਈਵੇਟ ਮੰਡੀ ਦੇ ਵਿੱਚ ਫਸਲ ਵਿਕਣੀ ਹੈ ਤੇ ਜਿਹੜੇ ਮੇਰੇ ਵਰਗੇ ਕੁਝ ਜਿਹੜੇ ਸਮਝ ਰੱਖਦੇ ਨੇ ਕਿ ਅਸੀਂ ਤਾਂ ਸਰਕਾਰੀ ਅਦਾਰਾ ਫੇਲ ਨਹੀਂ ਹੋਣ ਦੇਣਾ, ਅਸੀਂ ਫਸਲ ਇੱਥੇ ਵੇਚਣੀ ਹੈ, ਉਹਨਾਂ ਵਾਸਤੇ ਵੀ ਦੇਖਿਓ ਅੱਗੇ ਜਾ ਕੇ ਕਿੱਡੀ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਇਹ ਸਿਸਟਮ। ਇੱਕ ਆਦਮੀ ਬਰਾਬਰ ਪੈਰਲ ਮੰਡੀ ਲੈ ਕੇ ਮੰਡੀ ਦੇ ਵਿੱਚ ਪ੍ਰਾਈਵੇਟ ਮੰਡੀ 'ਚ ਫਸਲ ਲੈ ਗਿਆ, ਇੱਕ ਆਦਮੀ ਸਰਕਾਰੀ ਮੰਡੀ 'ਚ ਲੈ ਗਿਆ, ਦੋਨੇ ਗੁਆਂਢ 'ਚ ਵਸਦੇ ਆ। ਬੱਚੇ ਘਰੇ ਜਾ ਕੇ ਇਹਨੂੰ ਪੁੱਛਣਗੇ ਕਿ ਡੈਡੀ ਤੁਸੀਂ ਫਸਲ ਜਿਹੜੀ ਵੇਚ ਕੇ 1888 ਰੁਪਏ ਵੇਚ ਕੇ ਔਰ ਵੇਚ ਕੇ ਵੀ 10 ਦਿਨ ਬੈਠ ਕੇ ਉੱਥੇ ਬੈਠ ਕੇ ਆਏ ਹੋ। ਇਹ ਗੁਆਂਢੀ ਆਪਣਾ ਮਤਲਬ ਫਸਲ ਵੇਚਣ ਗਿਆ ਸੀਗਾ, ਇਹ ਵੇਚ ਕੇ ਵੀ ਆਪਣੇ ਨਾਲੋਂ 60-70 ਰੁਪਏ ਮਹਿੰਗੀ ਜਾਂ 50 ਰੁਪਏ ਮਹਿੰਗੀ ਆਇਆ ਤੇ ਵੇਚ ਵੀ ਨਾਲ ਦੀ ਨਾਲ ਆਇਆ। ਤਾਂ ਇਹਦੇ ਨਾਲੋਂ ਬੈਟਰ ਆ ਕਿ ਤੁਸੀਂ ਵੀ ਉਵੇਂ ਵੇਚੋ, ਤੁਸੀਂ ਕਿਉਂ ਮਤਲਬ ਉੱਥੇ ਜਾ ਕੇ ਮੰਡੀ ਦੇ ਢੇਰੀ ਕਰਕੇ ਬੈਠਦੇ ਹੋ। ਤਾਂ ਪਰਿਵਾਰਾਂ ਨੂੰ ਆਪਦੇ ਮਤਲਬ ਡਿਸਪਿਊਟ ਝਗੜਿਆਂ ਤੋਂ ਬਚਣ ਵਾਸਤੇ ਹਰ ਵਿਅਕਤੀ ਦੀ ਮਜਬੂਰੀ ਬਣੇਗੀ ਆਪਦੀ ਫਸਲ ਪ੍ਰਾਈਵੇਟ ਮੰਡੀ ਦੇ ਵਿੱਚ ਲੈ ਕੇ ਜਾਏਗਾ। ਹੁਣ ਪ੍ਰਾਈਵੇਟ ਮੰਡੀ ਨੇ 50-60 ਰੁਪਏ ਵੱਧ ਦੇ ਕੇ ਫਸਲ ਮਤਲਬ ਖਰੀਦ ਲਈ, ਸਾਰੀ ਦੀ ਸਾਰੀ ਫਸਲ ਖਰੀਦੀ ਜਾਂਦੀ ਹੈ। FCI ਨੇ 2 ਸਾਲ ਕੋਈ ਫਸਲ ਨਹੀਂ ਖਰੀਦੀ ਤੇ ਮੰਡੀ ਬੋਰਡ ਦੇ ਢਾਂਚੇ ਦੇ ਥਰੂ ਕੋਈ ਫਸਲ ਨਹੀਂ ਵਿਕੀ।
ਹੁਣ 2 ਸਾਲ ਬਾਅਦ ਜਦੋਂ ਇੱਕ 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 ਜਿੱਥੇ ਵੱਧ ਪੈਸੇ ਵੱਟੀ ਦੇ ਨੇ 50-60 ਰੁਪਏ ਕਿਸਾਨ ਨੂੰ ਵੱਧ ਵੱਟੀ ਦੇ ਆ, ਥੋੜੇ ਦਿਨਾਂ ਬਾਅਦ ਕਿਸਾਨ ਉੱਥੇ ਵੇਟ ਕਰਨ ਲੱਗਣਗੇ ਕਿ ਇੱਥੇ ਕਿ ਜੇ ਕੋਈ ਇੱਕ ਵਪਾਰੀ ਆਉਂਦਾ ਹੁੰਦਾ ਹੈ, ਉਹ ਸਾਡੀ ਫਸਲ ਵੱਧ ਰੇਟ ਤੇ ਖਰੀਦਦਾ, ਮੈਂ ਇੱਥੇ ਰੁਕ ਜਾ। ਉਹ ਬਾਹਰ ਰੁਕੇਗਾ, ਉਹਨੂੰ ਵੇਖ ਕੇ ਦੂਸਰਾ ਰੁਕੇਗਾ, ਉਸ ਤੋਂ ਬਾਅਦ ਤੀਸਰਾ ਰੁਕੇਗਾ, ਹੌਲੀ ਹੌਲੀ 10 15 20 30 40 50 50 100 ਟਰਾਲੀ ਇਕੱਠੀ ਹੋਏਗੀ ਉੱਥੇ, ਔਰ ਉਹ ਆਦਮੀ ਇੱਕੋ ਵਾਰੀ ਆਏਗਾ ਤੇ ਸਾਰੇ ਦਾ ਸਾਰਾ ਮਾਲ ਖਰੀਦ ਕੇ ਚਲਿਆ ਜਾਏਗਾ ਉੱਥੋਂ। ਤਾਂ ਉੱਥੇ ਜਦੋਂ ਮਾਲ ਵਿਕੂਗਾ, ਉੱਥੇ ਫਿਰ ਸਾਡੀ ਮਤਲਬ ਪ੍ਰੈਸ ਵੀ ਜਾਏਗੀ, ਉੱਥੇ ਬਹੁਤ ਕੁਝ ਹੋਏਗਾ। ਉਹਦੇ ਵਿੱਚ ਜਦੋਂ ਪ੍ਰੈਸ ਨੇ ਜਾ ਕੇ ਲੋਕਾਂ ਦੇ ਸਵਾਲ ਜਵਾਬ ਹੋਣੇ ਆ, ਗੱਲਬਾਤ ਹੋਣੀ ਹੈ, ਉਸ ਗੱਲਬਾਤ ਦੇ ਵਿੱਚੋਂ ਇਹ ਗੱਲ ਨਿਕਲ ਕੇ ਬਾਹਰ ਆਉਣੀ ਹੈ ਕਿ ਕਿਸਾਨਾਂ ਦੇ ਸਵਾਲ, ਸਿੱਧਾ ਹੀ ਸਵਾਲ ਇਹ ਹੋਏਗਾ ਕਿ ਕੀ ਤੁਸੀਂ ਇਹ ਪ੍ਰਾਈਵੇਟ ਪਲੇਅਰ ਨੂੰ ਫਸਲ ਵੇਚ ਕੇ ਰਾਜੀ ਹੋ, ਖੁਸ਼ ਹੋ, ਸੈਟੀਸਫਾਈਡ ਹੋ? ਤਾਂ ਕਿਸਾਨ ਆਪਣੇ ਆਪ ਕਹੇਗਾ ਜਦੋਂ ਉਹਨੂੰ 50-60 ਰੁਪਏ ਵੱਧ ਮਿਲੇ ਮੈਂ ਸੈਟੀਸਫਾਈ ਹਾਂ। ਜਦੋਂ ਕਿਸਾਨ ਆਪਣੇ ਆਪ ਨੂੰ ਸੈਟੀਸਫਾਈ ਸਿੱਧ ਕਰੇਗਾ, ਉਹੀ ਜਿਹੜੀਆਂ ਵੀਡੀਓ ਪਈਆਂ ਹੋਣਗੀਆਂ ਕਿਸਾਨਾਂ ਦੀਆਂ, ਉਹਨਾਂ ਨੂੰ ਹੀ ਆਧਾਰ ਬਣਾ ਕੇ ਸਰਕਾਰ ਨੇ ਇਹ ਮੰਡੀ ਢਾਂਚਾ ਔਰ FCI ਦੋਨੇ ਖਤਮ ਕਰਨੀਆਂ, ਕਿਉਂਕਿ ਇਹ ਚਿੱਟੇ ਹਾਥੀ ਨੇ, ਕੁਛ ਨਹੀਂ ਦਿੰਦੇਗੇ। ਇਹ ਸਰਕਾਰ ਨੂੰ ਕੋਈ ਲੋੜ ਨਹੀਂ ਇਹਨਾਂ ਅਦਾਰਿਆਂ ਦੀ, 2 ਸਾਲ ਹੋ ਗਏ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ। ਤਾਂ ਮੇਰੇ ਦੋਸਤੋ, ਸਵਾਲ ਇੱਥੇ ਇਹ ਹੈ ਕਿ ਜਦੋਂ ਇਹ ਖਤਮ ਹੋਇਆ, ਇਸੇ ਤਰ੍ਹਾਂ ਇਹ ਢਾਂਚਾ ਪਹਿਲਾਂ 2006 ਦੇ ਵਿੱਚ ਬਿਹਾਰ ਦੇ ਵਿੱਚ ਖਤਮ ਹੋ ਚੁੱਕਿਆ ਹੈ, ਔਰ ਉਹ ਬਿਹਾਰ ਜਿੱਥੇ ਉਹ ਇਹ ਢਾਂਚਾ ਖਤਮ ਹੋਇਆ, APMC ਮੰਡੀਆਂ ਵਾਲਾ ਸਿਸਟਮ ਖਤਮ ਹੋਇਆ, ਸਰਕਾਰੀ ਖਰੀਦਾਂ ਖਤਮ ਹੋਈਆਂ, ਉੱਥੋਂ ਦਾ ਕਿਸਾਨ ਅੱਜ 900 ਰੁਪਏ ਨੂੰ 800 ਰੁਪਏ ਨੂੰ ਵਾਧੀ ਫਸਲ ਝੋਨਾ ਵੇਚ ਰਿਹਾ ਹੈ, ਔਰ ਉੱਥੋਂ ਦਾ ਝੋਨਾ ਖਰੀਦ ਕੇ ਵਪਾਰੀ ਲਿਆ ਕੇ ਪੰਜਾਬ ਦੇ ਵਿੱਚ 1888 ਰੁਪਏ ਇਸ ਰੇਟ ਤੇ ਭਰ ਰਿਹਾ ਹੈ। ਇਹ ਸਾਹਮਣੇ ਕਲੀਅਰ ਹੈ ਸਾਡੀ ਪਿਕਚਰ। ਤਾਂ ਜਦੋਂ ਇਹ ਫਸਲ ਦਾ ਰੇਟ ਸਾਡਾ ਜਦੋਂ ਇੱਥੇ ਮੰਡੀ ਢਾਂਚਾ ਟੁੱਟਿਆ, ਤਾਂ ਸਾਡੀ ਫਸਲ ਦਾ ਰੇਟ ਡਿੱਗੇਗਾ। ਹੁਣ ਸਰਕਾਰ ਇੱਕ ਤੇ ਇੱਥੇ 2 ਗੱਲਾਂ ਆਉਂਦੀਆਂ, ਫਿਰ ਸਰਕਾਰ ਕਹਿੰਦੀ ਹੈ ਨਹੀਂ ਵਿਕਲਪ ਮਿਲੇਗਾ ਕਿਸਾਨ ਨੂੰ, ਸਰਕਾਰ ਫਸਲ ਦਾ ਰੇਟ ਵਧੇਗਾ। ਅਸੀਂ ਕਹਿੰਦੇ ਹਾਂ ਨਹੀਂ, ਇਹ ਡਿੱਗੇਗਾ। ਹੁਣ ਸਵਾਲ ਇੱਥੇ ਇਹਨੂੰ ਸਿੱਧ ਕਰਨ ਦੀ ਲੋੜ ਹੈ ਵੀ ਕੀ ਵਾਕਿਆ ਡਿੱਗੂਗਾ। ਇਹਦੇ ਤੇ ਜੇ ਆਪਾਂ ਵਿਚਾਰ ਕਰੀਏ ਤਾਂ ਇੱਕ ਸਾਹਮਣੇ ਆਉਂਦੀ ਹੈ ਗੱਲ ਕਿ ਜਿੱਥੇ ਵੀ ਇਹ ਸਿਸਟਮ ਨਹੀਂ, ਬਿਹਾਰ ਦੇ ਵਿੱਚ ਇਹ ਸਿਸਟਮ ਨਹੀਂ, ਅਗਰ ਉੱਥੇ ਪ੍ਰਾਈਵੇਟ ਪਲੇਅਰ ਜਾ ਕੇ ਫਸਲ ਨੂੰ ਮਹਿੰਗੀ ਖਰੀਦਦੇ ਹੋਣ, ਤਾਂ ਫਿਰ ਅਸੀਂ ਵੀ ਯਕੀਨ ਕਰ ਸਕਦੇ ਹਾਂ ਕਿ ਵਾਕਿਆ ਹੀ ਵਪਾਰੀ ਪ੍ਰਾਈਵੇਟ ਪਲੇਅਰ ਆ ਕੇ ਉੱਥੋਂ ਫਸਲ ਮਹਿੰਗੀ ਖਰੀਦੂਗਾ, ਸਾਡੀ ਫਸਲ ਮਹਿੰਗੀ ਵਿਕੂਗੀ। ਅੱਜ ਬਿਹਾਰ ਦਾ ਜਿਹੜਾ ਰੇਟ ਆ, UP ਦਾ ਜਿਹੜਾ ਰੇਟ ਆ, ਉਹ ਸਾਡੇ ਨਾਲੋਂ ਬਹੁਤ ਡਾਊਨ ਹੈ, ਸਾਡੇ ਨਾਲੋਂ 1000 ਰੁਪਈਆ ਘੱਟ ਹੈ। ਤੇ ਜੇ 1000 ਰੁਪਈਆ ਘੱਟ ਹੈ ਤਾਂ ਸਾਡੀ ਫਸਲ ਦੇ ਮਤਲਬ ਡਿੱਗਣ ਦੇ ਆਸਾਰ ਨਜ਼ਰ ਆ ਰਹੇ ਨੇ, ਪਹਿਲੀ ਗੱਲ। ਦੂਸਰੀ ਗੱਲ, ਲਗਭਗ ਅੱਜ ਤੋਂ ਕੋਈ 3-4-5 ਮਹੀਨੇ ਪਹਿਲਾਂ ਗਡਕਰੀ ਜੀ ਦਾ ਬਿਆਨ ਆਇਆ। ਉਹਨਾਂ ਨੇ ਆਪਦੇ ਬਿਆਨ ਦੇ ਵਿੱਚ ਬੜਾ ਸਪਸ਼ਟ ਕੀਤਾ ਹੈ ਕਿ MSP ਹੈ ਜਿਹੜੀ, ਇਹ ਸਾਡੇ ਅਰਥ ਵਿਵਸਥਾ ਤੇ ਸਾਡੇ ਖਜ਼ਾਨੇ ਤੇ ਬਹੁਤ ਵੱਡਾ ਬੋਝ ਹੈ। ਇਹ ਖਤਮ ਹੋਣ, ਇਹਦੇ ਨਾਲ ਸਾਨੂੰ ਬਹੁਤ ਪੈਸਾ ਖਰਚ ਕਰਨਾ ਪੈਂਦਾ ਹੈ। ਸਾਨੂੰ ਇਦੋਂ ਸਸਤਾ ਅਨਾਜ ਆਪਣੇ ਦੇਸ਼ ਦੇ ਅੰਦਰੋਂ ਅਤੇ ਬਾਹਰੋਂ MSP ਨਾਲੋਂ ਘੱਟ ਰੇਟ ਤੇ ਅਨਾਜ ਮਿਲਦਾ ਹੈ। ਤਾਂ ਇਹ ਗੱਲ ਵੀ ਸੰਕੇਤ ਇਹੀ ਦਿੰਦੀ ਹੈ ਕਿ ਜੇ ਬੋਝ ਘਟਣਾ ਹੈ ਤਾਂ ਸਸਤਾ ਅਨਾਜ ਲੈਣ ਦੀ ਲੋੜ ਹੈ ਸਰਕਾਰ ਨੂੰ। ਸਸਤਾ ਅਨਾਜ ਲੈਣਾ ਹੈ ਤਾਂ ਮੰਡੀ ਬੋਰਡ ਤੋੜਨ ਵਾਸਤੇ ਸਰਕਾਰ ਦੀ, MSP ਤੋੜਨ ਵਾਸਤੇ ਸਰਕਾਰ ਦੀ ਇੱਕ ਕੋਸ਼ਿਸ਼ ਹੈ, ਇੱਕ ਚਾਲ ਹੈ, ਜਿਹਦੇ ਨਾਲ ਇਹ ਸਾਰਾ ਕੁਝ ਹੋਏਗਾ। ਹੁਣ ਸਰਕਾਰ ਕਹਿੰਦੀ ਹੈ ਵੀ ਅਸੀਂ MSP ਰੱਖਾਂਗੇ, ਬਿਲਕੁਲ ਨਹੀਂ, MSP ਨਹੀਂ ਟੁੱਟੇਗੀ। ਅਸੀਂ ਇੱਥੇ ਸਾਡਾ ਸਵਾਲ ਇਹ ਹੈ ਕਿ ਜੇ MSP ਨਹੀਂ ਟੁੱਟੇਗੀ ਤਾਂ ਇੱਥੇ ਸਮਝਣ ਦੀ ਲੋੜ ਇਹ ਹੈ ਕਿ MSP ਤਾਂ ਪਿਆਰਿਓ ਸਰੋਂ ਤੇ ਵੀ ਹੈ, MSP ਮੂੰਗੀ ਤੇ ਵੀ ਹੈ, MSP ਨਰਮੇ ਤੇ ਵੀ ਹੈ, MSP ਮੱਕੀ ਤੇ ਵੀ ਰਹੀ ਹੈ, MSP ਬਾਜਰੇ ਤੇ ਵੀ ਹੈ। ਬਾਜਰਾ MSP ਨਾਲੋਂ ਲਗਭਗ 1000 ਰੁਪਈਆ 1100 ਰੁਪਈਆ ਘੱਟ ਰੇਟ ਤੇ ਵਿਕ ਰਿਹਾ ਹੈ। ਇਸੇ ਤਰ੍ਹਾਂ ਮੂੰਗੀ ਆ 2-2500 ਰੁਪਈਆ ਘੱਟ ਰੇਟ ਤੇ ਵਿਕ ਰਹੀ ਹੈ। ਨਰਮਾ ਘੱਟੋ ਘੱਟ ਮਤਲਬ 500-600-700-1000 ਤੱਕ ਮਤਲਬ MSP ਨਾਲੋਂ ਘੱਟ ਰੇਟ ਤੇ ਵਿਕ ਰਿਹਾ ਹੈ। ਜਿਹੜਾ ਸਾਡੀ ਮੱਕੀ ਹੈ, ਮੱਕੀ ਦਾ ਰੇਟ MSP 1840 ਰੁਪਏ, ਜਿਹਦੀ ਬੜੀ ਵੱਡੀ ਪੱਧਰ ਤੇ ਚਰਚਾ ਹੋਈ, ਤੇ ਮੱਕੀ ਵਿਕੀ ਕੀ ਭਾਅ ਹੈ ਕਿਸਾਨ ਦੀ 600 ਤੋਂ ਲੈ ਕੇ 1000 ਰੁਪਏ ਤੱਕ। ਤਾਂ ਇਹ ਕਹਿਣ ਤੋਂ ਭਾਵ ਆ ਵੀ ਜਦੋਂ ਖਰੀਦਣ ਵਾਲਾ ਹੀ ਕੋਈ ਨਹੀਂ, ਤਾਂ ਫਿਰ ਮਤਲਬ MSP ਤੈਅ ਕਰਨ ਦਾ ਜਾਂ MSP ਜਿਉਂਦੀ ਹੋਣ ਦਾ ਕੋਈ ਮਤਲਬ ਨਹੀਂ, ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ। MSP ਨੂੰ ਜਿਉਂਦਿਆਂ ਰੱਖਣ ਦਾ ਤਾਂ ਹੀ ਫਾਇਦਾ ਹੈ ਜੇਕਰ MSP ਦੇ ਖਰੀਦਣ ਵਾਲਾ ਅਦਾਰਾ FCI ਉਹ ਕਾਇਮ ਰਹਿੰਦਾ ਔਰ ਉਹਦੇ 'ਤੇ ਖਰੀਦਣ ਦੀ ਨੀਤੀ ਪਾਲਿਸੀ ਕਾਇਮ ਰਹਿੰਦੀ ਹੈ। ਤਾਂ ਹੁਣ ਸਵਾਲ ਇੱਥੇ ਇਹ ਆ ਗਿਆ ਕਿ ਸਰਕਾਰ ਇਹਦੇ ਤੋਂ ਪਿੱਛੇ ਹਟ ਰਹੀ ਹੈ। ਸਰਕਾਰ ਨੇ ਇਹਨਾਂ ਅਦਾਰਿਆਂ ਨੂੰ ਖਤਮ ਕਰਨਾ। ਜਦੋਂ ਇਹ ਅਦਾਰੇ ਖਤਮ ਹੋਏ, ਉਸ ਵੇਲੇ ਪੰਜਾਬ ਦੇ ਅੰਦਰ ਫਸਲ ਦਾ ਰੇਟ ਡਿੱਗ ਕੇ, ਇਹਨਾਂ ਗੱਲਾਂ ਸਾਰੀ ਕਹਾਣੀ ਤੋਂ ਸਿੱਧ ਹੁੰਦਾ ਹੈ ਕਿ ਰੇਟ ਡਿੱਗੇਗਾ। ਜਦੋਂ ਫਸਲ ਦਾ ਰੇਟ ਡਿੱਗ ਕੇ 800-900 ਰੁਪਈਆ ਦੇ ਉੱਤੇ ਆਇਆ, ਤਾਂ ਫਿਰ ਆਪਾਂ ਨੂੰ ਇੱਥੇ ਇਹ ਸੋਚਣ ਦੀ ਲੋੜ ਹੈ ਕਿ ਕੀ ਜ਼ਮੀਨ ਦਾ ਠੇਕਾ ਕੀ ਰਹੇਗਾ। ਅੱਜ ਜ਼ਮੀਨ ਦਾ ਠੇਕਾ 50-55 ਤੇ 60,000 ਰੁਪਈਆ ਪ੍ਰਤੀ ਏਕੜ ਠੇਕਾ ਚੱਲ ਰਿਹਾ ਹੈ। ਫਿਰ ਜ਼ਮੀਨ ਦਾ ਠੇਕਾ ਕਿਉਂਕਿ ਜਦੋਂ ਫਸਲ ਘਾਟਾ ਪਾਉਣ ਲੱਗੀ, 1 ਕੁਇੰਟਲ ਮਗਰ 1000 ਰੁਪਈਏ ਦਾ ਘਾਟਾ ਪੈਣ ਲੱਗਾ ਕਿਸਾਨ ਨੂੰ,
ਤਾਂ ਫਸਲ ਦਾ ਰੇਟ ਵੀ ਡਿੱਗ ਕੇ ਇੱਕਦਮ ਠੇਕੇ ਦਾ ਰੇਟ ਵੀ ਡਿੱਗ ਕੇ ਇੱਕਦਮ 50-55 ਹਜ਼ਾਰ ਦੀ ਬਜਾਏ 18-15 ਹਜ਼ਾਰ ਤੇ 20 ਹਜ਼ਾਰ ਤੇ ਆ ਜਾਏਗਾ। ਜਦੋਂ ਠੇਕਾ ਇੱਥੇ ਆਇਆ, ਹੁਣ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਆ ਕਿ ਦੇਖੋ ਅੱਗੇ ਜਾ ਕੇ ਕਿੱਥੇ ਕਰਦਾ ਕਿਸਾਨ। ਅੱਜ ਕਿਸਾਨ ਨੂੰ 1888 ਮਿਲਦੇ ਹੈ। ਜਦੋਂ ਇਹ ਪਾਲਿਸੀਆਂ ਲਾਗੂ ਹੋਈਆਂ, ਕਿਸਾਨ ਨੂੰ ਮਿਲਣਾ ਸ਼ੁਰੂ ਹੋਇਆ 800 ਜਾਂ 900 ਰੁਪਈਆ, 1000 ਰੁਪਈਆ ਕੁਇੰਟਲ। ਮਗਰ ਜਦੋਂ ਘਾਟਾ ਪਿਆ ਤਾਂ ਇੱਕ ਸੀਜ਼ਨ ਦੇ ਉੱਤੇ, ਇੱਕ ਫਸਲ ਦੇ ਉੱਤੇ ਕਿਸਾਨ ਨੂੰ 2 ਲੱਖ ਤੋਂ ਲੈ ਕੇ 7-8 ਲੱਖ ਤੱਕ ਆਪਦੀ ਹੈਸੀਅਤ ਦੇ ਮੁਤਾਬਕ, ਜ਼ਮੀਨ ਦੇ ਮੁਤਾਬਕ ਹਰ ਕਿਸਾਨ ਨੂੰ ਘਾਟਾ ਝੱਲਣਾ ਪੈਣਾ ਹੈ। ਔਰ ਉਹ ਘਾਟੇ ਨੇ ਕਰਜ਼ੇ ਦੇ ਰੂਪ ਦੇ ਵਿੱਚ ਕਰਜ਼ੇ ਦੇ ਨਾਲ ਜੁੜਦੇ ਜਾਣਾ ਹੈ। ਔਰ ਹੌਲੀ ਹੌਲੀ 2-3 ਸਾਲ ਫਸਲਾਂ, ਕਿਉਂਕਿ ਕਿਸਾਨ ਦਾ ਸੁਭਾਅ ਹੈ, ਕਿਸਾਨ ਫਸਲ ਬੀਜੇ ਬਗੈਰ ਨਹੀਂ ਰਹਿ ਸਕਦਾ। ਇਹ ਫਸਲ ਤਾਂ ਬੀਜੇਗਾ, ਭਾਵੇਂ ਉਹਨੂੰ ਜਿੰਨਾ ਮਰਜ਼ੀ ਘਾਟਾ ਪਵੇ, ਫਸਲ ਬੀਜਣ ਤੋਂ ਕਿਸਾਨ ਨਹੀਂ ਰੁਕ ਸਕਦਾ। ਔਰ ਜਦੋਂ ਇਹ ਘਾਟਾ ਖਾ ਕੇ ਵੀ ਫਸਲ ਬੀਜਦਾ ਗਿਆ 4 ਫਸਲਾਂ ਬੀਜੀਆਂ, 5 ਫਸਲਾਂ ਬੀਜੀਆਂ, 7 ਫਸਲਾਂ, 6 ਬੀਜੀਆਂ, ਤਾਂ ਹਰ ਵਾਰੀ ਜਦੋਂ ਕਿਸਾਨ ਨੂੰ ਆਪਣੀ ਹੈਸੀਅਤ ਮੁਤਾਬਕ 2 ਲੱਖ ਤੋਂ ਲੈ ਕੇ 5-7 ਲੱਖ ਰੁਪਏ ਦਾ ਘਾਟਾ ਪਿਆ, ਤਾਂ ਮੰਨ ਲਓ ਐਵਰੇਜ 3 ਲੱਖ ਰੁਪਈਆ ਹਰ ਕਿਸਾਨ ਨੂੰ ਘਾਟਾ ਪੈਂਦਾ ਇੱਕ ਫਸਲ ਦੇ ਉੱਤੇ। ਜੇ 5 ਫਸਲਾਂ ਵੇਚ ਜਾਂਦਾ ਹੈ ਤਾਂ 15 ਲੱਖ ਦਾ ਉਹਨੂੰ ਘਾਟਾ ਪੈਂਦਾ। 15 ਲੱਖ ਦੇ ਘਾਟੇ ਦੇ ਨਾਲ ਉਹਦਾ ਇੰਟਰਸਟ ਵੀ ਜੁੜਨਾ, ਜਿਹੜੇ ਪਹਿਲਾ ਕਰਜ਼ਾ ਉਹ ਵੀ ਉਹਦੇ ਨਾਲ ਜੁੜਨਾ ਹੈ। ਤਾਂ ਇਹ ਇੱਕ ਵੱਡੀ ਰਕਮ ਬਣ ਜਾਏਗੀ, 20-25-30 ਲੱਖ ਰੁਪਈਆ ਕਿਸਾਨ ਦੇ ਸਿਰ ਕਰਜ਼ੇ ਦੇ ਰੂਪ 'ਚ ਖੜ ਜਾਊਗਾ। ਹੁਣ ਜਦੋਂ ਕਿਸਾਨ ਸਿਰ ਇੰਨਾ ਕਰਜ਼ਾ ਹੋ ਗਿਆ, ਉਸ ਵੇਲੇ ਕਿਸਾਨ ਨੂੰ ਨਾ ਤਾਂ ਆੜ੍ਹਤੀਆਂ ਨੇ ਕਿਸੇ ਪਾਸੋਂ ਕਰਜ਼ਾ ਦੇਣਾ ਤੇ ਨਾ ਬੈਂਕਾਂ ਨੇ ਕਰਜ਼ਾ ਦੇਣਾ। ਕਿਸਾਨ ਮਤਲਬ ਕਰਜ਼ੇ ਦੇ ਵਿੱਚ ਘਿਰ ਜਾਊਗਾ, ਉਹਨੂੰ ਕਿਸੇ ਪਾਸੋਂ ਕਰਜ਼ਾ ਮਿਲਣਾ ਬੰਦ ਹੋ ਜਾਏਗਾ। ਇਹ ਆ ਪਹਿਲੇ ਕਾਨੂੰਨ ਦੀ ਕਹਾਣੀ। ਜਿਹੜਾ ਪਹਿਲਾ ਕਾਨੂੰਨ ਨੇ ਕਿਸਾਨ ਨੂੰ ਇੱਥੇ ਲਾ ਕੇ ਸ਼ੁਰੂ ਠੱਲਦਾ ਕਿ ਉਹਨੂੰ ਕਰਜ਼ਾਈ ਕਰਤਾ, ਉਹਨੂੰ ਬਰਬਾਦ ਕਰਤਾ। ਹੁਣ ਕਾਨੂੰਨ ਅਗਲਾ ਸ਼ੁਰੂ ਹੋਏਗਾ, ਉਹ ਕੀ ਹੈ? ਕੰਟਰੈਕਟ ਫਾਰਮਿੰਗ। ਜਦੋਂ ਕਿਸਾਨ ਇਸ ਸਿਚੁਏਸ਼ਨ ਦੇ ਵਿੱਚ ਘਿਰਿਆ ਹੋਇਆ, ਕਰਜ਼ੇ ਦੀ ਮਾਰ ਝੱਲ ਰਿਹਾ ਹੋਇਆ ਔਰ ਕਰਜ਼ੇ ਦੇ ਵਿੱਚ ਮਧੋਲਿਆ ਗਿਆ, ਉਹਨੂੰ ਕਿਸੇ ਪਾਸੋਂ ਕਰਜ਼ਾ ਮਿਲਣੋਂ ਰੁਕ ਗਿਆ, ਉਸ ਵੇਲੇ ਕੋਈ ਪ੍ਰਾਈਵੇਟ ਕੰਪਨੀ ਆ ਕੇ ਪਿੰਡ ਦੇ ਵਿੱਚ ਇਹ ਕਹੇਗੀ ਕਿ ਤੁਹਾਨੂੰ ਤੁਹਾਡੀ ਫਸਲ ਪਾਲਣ ਵਾਸਤੇ ਵੀ ਪੈਸੇ ਦੇਵਾਂਗੇ, ਤੁਹਾਨੂੰ ਬੀਜ ਵੀ ਦੇਵਾਂਗੇ, ਤੁਹਾਨੂੰ ਸਪਰੇਆਂ ਵੀ ਦੇਵਾਂਗੇ, ਤੁਹਾਨੂੰ ਖਾਦਾਂ ਵੀ ਦੇਵਾਂਗੇ, ਤੁਹਾਨੂੰ ਘਰ ਚਲਾਉਣ ਦੇ, ਘਰ ਗ੍ਰਸਤੀ ਦਾ ਖਰਚਾ ਚਲਾਉਣ ਵਾਸਤੇ ਵੀ ਪੈਸੇ ਦੇਵਾਂਗੇ। ਸਾਡੀ ਆਹ ਫਸਲ ਅਸੀਂ ਦਿੰਦੇ ਹਾਂ ਤੁਹਾਨੂੰ, ਆਹ ਬੀਜ ਲਓ, ਇਹ ਬੀਜੋ। ਤਾਂ ਕਿਸਾਨ ਆਪਣੇ ਆਪ ਮਤਲਬ ਜਦੋਂ ਉਹਨੂੰ ਕਿਸੇ ਪਾਸੋਂ ਪੈਸਾ ਨਾ ਮਿਲਦਾ ਹੋਇਆ, ਮਜਬੂਰੀ ਵਸ ਉਹ ਕੰਟਰੈਕਟ ਫਾਰਮਿੰਗ ਵੱਲ ਨੂੰ ਕਿਸਾਨ ਦਾ ਵਧਣਾ ਮਜਬੂਰੀ ਬਣੇਗੀ ਔਰ ਉਧਰਲੇ ਪਾਸੇ ਨੂੰ ਕਿਸਾਨ ਤੁਰੇਗਾ। ਜਦੋਂ ਕੰਟਰੈਕਟ ਫਾਰਮਿੰਗ ਵੱਲ ਨੂੰ ਕਿਸਾਨ ਤੁਰਿਆ ਤਾਂ ਕੰਟਰੈਕਟ ਫਾਰਮਿੰਗ ਦੇ ਵਿੱਚ 2 ਸਾਲ ਕਿਸਾਨ ਸਰਕਾਰ ਅਜਿਹਾ ਕਰ ਸਕਦੀ ਹੈ ਕਿ ਇਹਨੂੰ ਹਜੇ ਮਤਲਬ ਪੂਰੀ ਤਰ੍ਹਾਂ ਜਾਲ ਦੇ ਵਿੱਚ ਫਸਾਉਣਾ ਹੈ। ਕਿਉਂਕਿ ਮੈਂ ਇਹ ਬੇਨਤੀ ਕਰਾਂ, ਇੱਕ ਤਰ੍ਹਾਂ ਦਾ ਟਰੈਪ ਹੈ। ਇੱਕ ਟਰੈਪ 'ਚੋਂ ਨਿਕਲਦਾ ਕਿਸਾਨ ਦੇਖੋ ਦੂਸਰੇ ਟਰੈਪ 'ਚ ਫਸ ਰਿਹਾ ਹੈ। ਪਹਿਲੇ ਟਰੈਪ 'ਚ ਫਸਿਆ ਸੀਗਾ, ਪਹਿਲੇ ਕਾਨੂੰਨ ਨੇ ਫਸਾਇਆ, ਔਰ ਦੂਸਰਾ ਟਰੈਪ ਅੱਗੇ ਆ ਗਿਆ, ਉਹ ਇਹ ਆ ਗਿਆ ਕਿ ਤੂੰ ਕੰਟਰੈਕਟ ਫਾਰਮਿੰਗ ਦੇ ਵਿੱਚ ਫਸ ਰਿਹਾ ਹੈ। ਹੁਣ ਉਹਨੂੰ ਕਿਸਾਨ ਨੂੰ ਵਿਚਾਰੇ ਨੂੰ ਪਤਾ ਨਹੀਂਗਾ ਵੀ ਦੂਸਰਾ ਜਿਹੜਾ ਟਰੈਪ ਆ ਮੈਨੂੰ ਤੀਜੇ ਚਲ ਜਾ ਕੇ ਫਿਰ ਸਿੱਟੇਗਾ, ਉਹਨੂੰ ਕੋਈ ਪਤਾ ਨਹੀਂ। ਔਰ ਉਹ ਆਦਮੀ ਨੂੰ ਜਦੋਂ 2 ਸਾਲ ਸਰਕਾਰ ਨੇ 4 ਪੈਸੇ ਮੁਨਾਫਾ ਦਿੱਤਾ, ਉਸ ਵੇਲੇ 2 ਸਾਲਾਂ ਦੇ ਵਿੱਚ ਉਹ ਆਪਦੇ ਕੁਦਰਤੀ ਸੀਡ ਆ, ਜਿਹੜੇ ਕੁਦਰਤੀ ਬੀਜ ਆ, ਜਿਹੜੇ ਕੁਦਰਤੀ ਖੇਤੀ ਦਾ ਜਿਹੜਾ ਅੱਜ ਉਹਦੇ ਕੋਲੇ ਆਪਦਾ ਢਾਂਚਾ ਹੈ, ਉਹ ਆਪਦੇ ਰਵਾਇਤੀ ਬੀਜ ਸਾਰੇ ਗਵਾ ਬੈਠੇਗਾ। ਕਿਉਂਕਿ ਜਦੋਂ ਉਹਨਾਂ ਨੇ ਪੈਸਾ ਹੀ ਉਸ ਫਸਲ ਤੇ ਦੇਣਾ ਹੈ ਜਿਹੜੀ ਫਸਲ ਉਹਨਾਂ ਨੇ ਬਚਾਉਣੀ ਹੈ, ਤਾਂ ਜਦੋਂ ਦੂਸਰੀ ਫਸਲ ਉਹ ਬੀਜ ਹੀ ਨਾ ਸਕਿਆ ਤਾਂ ਉਹਦਾ ਵੀ ਖਤਮ ਹੋ ਜਾਏਗਾ। ਜਦੋਂ ਕਿਸਾਨ ਕੋਲੋਂ ਸੀਡ ਖਤਮ ਹੋਇਆ ਤਾਂ ਫਿਰ ਸਰਕਾਰ ਦੀ ਕੰਪਨੀਆਂ ਦੀ ਇੱਕ ਇਹ ਗੱਲ ਸਾਹਮਣੇ ਆਏਗੀ ਕਿ ਜਿਹੜਾ ਸੀਡ ਅੱਜ 400 ਰੁਪਏ ਕਿਲੋ ਹੈ ਉਹ 4000 ਨੂੰ ਕਿਲੋ ਹੋ ਜਾਏਗਾ। ਇੱਥੇ ਜਾ ਕੇ ਕਿਸਾਨ ਦੀ ਲੁੱਟ ਵੱਡੀ ਪੱਧਰ ਤੇ ਸ਼ੁਰੂ ਹੋ ਜਾਣੀ ਹੈ। ਨਾਲ ਅਗਲੇ ਪਾਸੇ ਜਿਹੜਾ ਕੰਟਰੈਕਟ ਫਾਰਮਿੰਗ ਦੇ ਵਿੱਚ ਗੱਲ ਲਿਖੀ ਹੈ, ਇੱਥੇ ਜਾ ਕੇ 2 ਸਾਲ ਬਾਅਦ, ਕਿਉਂਕਿ 2 ਸਾਲ ਨਰਮ ਰਵੱਈਆ ਅਖਤਿਆਰ ਕਰਨਗੀਆਂ ਕੰਪਨੀਆਂ, ਤੀਜੇ ਸਾਲ ਇਹ ਗੱਲ ਸਾਹਮਣੇ ਆਏਗੀ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਇਹ ਲਿਖੀ ਹੈ ਕਿ ਤੁਹਾਡੀ ਫਸਲ ਨੂੰ ਚੈੱਕ ਕਰਨਾ ਹੈ, ਇਹਨੂੰ ਟੈਸਟ ਕਰਨਾ, ਕਿਸੇ ਲੈਬ ਨੇ, ਲੈਬੋਰਟਰੀ ਨੇ ਟੈਸਟ ਕਰਨਾ ਔਰ ਉਹਨੇ ਦੱਸਣਾ ਵੀ ਇਹਦਾ ਗ੍ਰੇਡ ਕੀ ਹੈ, A ਗ੍ਰੇਡ ਹੈ, B ਗ੍ਰੇਡ ਹੈ, C ਗ੍ਰੇਡ ਹੈ, D ਗ੍ਰੇਡ ਹੈ। ਮੋਦੀ ਜੀ ਕਹਿੰਦੇ ਨੇ ਕਾਨੂੰਨ ਦੇ ਵਿੱਚ ਲਿਖਿਆ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਜਦੋਂ ਕੰਟਰੈਕਟ ਕਰੇਗੀ ਕੰਪਨੀ ਤਾਂ ਰੇਟ ਤੈਅ ਕਰੇਗੀ। ਠੀਕ ਆ, ਪਤਾ ਤੇ ਰੇਟ ਤੈਅ ਕਰੇਗੀ, ਲੇਕਿਨ ਰੇਟ ਤੈਅ ਕਰੇਗੀ। ਮੰਨ ਲਓ 4000 ਰੁਪਏ ਕੁਇੰਟਲ ਦਾ ਰੇਟ ਤੈਅ ਕਰ ਲਿਆ, A ਗ੍ਰੇਡ ਦਾ 4000 ਹੈ, B ਗ੍ਰੇਡ ਦਾ ਉਹਨਾਂ ਨੇ 3000 ਕਹਿਤਾ, C ਗ੍ਰੇਡ ਦਾ ਉਹਨਾਂ ਨੇ 2000 ਕਹਿਤਾ, D ਗ੍ਰੇਡ ਦਾ 1000 ਜਾਂ 1200 ਰੁਪਏ ਜਾਂ 1400 ਰੁਪਏ ਕਹਿਤਾ। ਤਾਂ ਇੱਥੇ ਜਦੋਂ ਆ ਗਿਆ ਕਿਸਾਨ ਦੀ ਕੰਟਰੈਕਟ ਫਾਰਮਿੰਗ ਦੇ ਵਿੱਚ, ਕੁਦਰਤੀ ਖੇਤੀ ਦੇ ਵਿੱਚ ਬਹੁਤ ਸਾਰਾ ਕੁਝ ਹੋਣਾ ਹੈ। ਕਦੇ ਕਲਰ ਡਿਸਕਲਰ ਹੋਣਾ ਹੈ, ਕਦੇ ਬਾਰਿਸ਼ਾਂ ਨੇ, ਮੌਸਮ ਨੇ ਮਤਲਬ ਉਹਦਾ ਰੰਗ ਖਰਾਬ ਕਰਨਾ ਹੈ। ਤਾਂ ਉਹ ਸਾਰੀ ਦੀ ਸਾਰੀ ਫਸਲ ਹੈ ਜਿਹੜੀ ਉਹ D ਕੈਟੇਗਰੀ ਦੇ ਵਿੱਚ ਉਹਨਾਂ ਨੇ ਖਰੀਦਣੀ ਹੈ। ਤੇ ਜਦੋਂ D ਕੈਟੇਗਰੀ ਦੇ ਵਿੱਚ ਮਤਲਬ ਕਿਸਾਨ ਨੂੰ ਲੁੱਟਣ ਦੀ ਖਾਤਰ ਫਸਲ ਨੇ ਵਿਕਣਾ ਹੈ, ਉਸ ਵੇਲੇ ਕਿਸਾਨ ਨੂੰ ਫਿਰ ਮਤਲਬ 1000-1200 ਜਾਂ 1500 ਰੁਪਏ ਨੂੰ ਆਪਦੀ ਫਸਲ ਮਤਲਬ ਕੁਇੰਟਲ ਸਿੱਟਣੀ ਪੈਣੀ ਹੈ। ਹੁਣ ਇੱਥੇ ਜਾ ਕੇ ਕਿਸਾਨ ਜਦੋਂ ਫਸ ਗਿਆ, ਕਿਸਾਨ ਨੂੰ ਫਿਰ ਰਸਤਾ ਕੋਈ ਨਹੀਂ ਲੱਭੇਗਾ ਕਿ ਹੁਣ ਮੈਂ ਤਾਂ ਉਦੋਂ ਵੀ ਘਾਟਾ ਪੈ ਰਿਹਾ, ਹੁਣ ਕਰਾਂ ਤਾਂ ਕੀ ਕਰਾਂ। ਤਾਂ ਇੱਥੇ ਇਹ ਦੂਸਰੇ ਕਾਨੂੰਨ ਨੇ ਮਤਲਬ ਕੰਟਰੈਕਟ ਫਾਰਮਿੰਗ ਨੇ ਜਿਹੜਾ ਇੱਥੇ ਜ਼ਿਕਰ ਕੀਤਾ, ਜਿਹੜਾ ਉਹਨਾਂ ਨੇ ਮੈਂ ਬੇਨਤੀ ਕੀਤੀ ਸੀ ਸ਼ੁਰੂ 'ਚ ਆਪਾਂ ਕਿ ਕਿਸਾਨ ਨੂੰ ਸਹਿਮਤ ਕਰਨਾ ਹੈ ਕਿ ਜਿੰਨਾ ਮਰਜ਼ੀ ਲੰਮਾ ਕੰਟਰੈਕਟ ਕਰ ਲਓ। ਹੁਣ ਇੱਥੇ ਉਹ ਸ਼ੁਰੂ ਹੋਏਗਾ ਕਿ ਜਦੋਂ ਕਿਸਾਨ ਨੂੰ ਰਸਤਾ ਹੀ ਕੋਈ ਨਾ ਦਿਸਿਆ
ਫਿਰ ਕੋਈ ਪਿੰਡ ਦੇ ਵਿੱਚ ਆ ਕੇ ਮੰਨ ਲਓ ਅਨਾਉਂਸਮੈਂਟ ਕਰ ਦਿੰਦਾ ਹੈ ਕਿ ਤੁਹਾਡੀ ਜ਼ਮੀਨ ਅਸੀਂ ਠੇਕੇ ਤੇ ਲੈਣ ਨੂੰ ਤਿਆਰ ਹੈ ਔਰ 50 ਸਾਲ ਲਈ ਠੇਕੇ ਤੇ ਲੈਣ ਨੂੰ ਤਿਆਰ ਹੈ, ਤੁਸੀਂ ਆਪਣੀ ਜ਼ਮੀਨ ਬੋਲੋ, ਜਿਹੜੇ ਬੰਦੇ ਦੇਣੀ ਚਾਹੁੰਦੇ ਆ ਉਹ ਜ਼ਮੀਨ ਠੇਕੇ ਤੇ ਦੇਣ ਔਰ ਅਸੀਂ ਤੁਹਾਨੂੰ 30,000 ਜਾਂ 35,000 ਜਾਂ 40,000 ਰੁਪਈਆ ਠੇਕਾ ਦੇਵਾਂਗੇ। ਜਦੋਂ ਕਿਸਾਨ ਵਿਚਾਰੇ ਨੂੰ ਠੇਕਾ 15,000 ਮਿਲ ਰਿਹਾ ਹੈ, ਜਦੋਂ ਉਹਨੂੰ 30,000 ਜਾਂ 35 ਜਾਂ 40 ਮਿਲਿਆ ਤਾਂ ਕਿਸਾਨ ਭੱਜ ਕੇ ਜਾ ਕੇ ਮਤਲਬ ਉਹ ਜ਼ਮੀਨ ਠੇਕੇ ਤੇ ਉਸ ਕੰਪਨੀ ਨੂੰ ਦੇਣ ਲਈ ਤਿਆਰ ਹੋਏਗਾ। ਜਦੋਂ ਕਿਸਾਨ ਉਹ ਜ਼ਮੀਨ ਆਪਦੀ ਠੇਕੇ ਤੇ ਦੇਣ ਲਈ ਕੰਪਨੀ ਨੂੰ ਦੇਣ ਲਈ ਤਿਆਰ ਹੋਇਆ ਤਾਂ ਉਸ ਵੇਲੇ ਜਾ ਕੇ ਸਭ ਤੋਂ ਪਹਿਲਾਂ ਜਿਹੜਾ ਕੰਟਰੈਕਟਰ ਹੈ, ਜਿਹੜਾ ਉਹਦੇ ਨਾਲ ਜਿਹੜਾ ਸਪਾਂਸਰਡ ਹੈ, ਉਹ ਇਹ ਪਹਿਲਾਂ ਤਾਂ ਇਹ ਕੰਟਰੈਕਟ ਕਰੇਗਾ ਕਿ ਭਾਈ ਤੇਰੇ ਨਾਲ ਧੱਕਾ ਤਾਂ ਨਹੀਂ, ਤੂੰ ਸਹਿਮਤ ਆ, ਸਹਿਮਤੀ ਨਾਲੇ ਫੈਸਲੇ ਜ਼ਮੀਨ ਆਪਦੀ ਮਤਲਬ ਠੇਕੇ ਤੇ ਦੇ ਰਿਹਾ। ਉਹ ਆਟੋਮੈਟਿਕ ਆ, ਕਿਸਾਨ ਕਹੇਗਾ ਵੀ ਹਾਂ ਮੈਂ ਸਹਿਮਤੀ ਨਾਲ ਦੇ ਰਿਹਾ। ਸਭ ਤੋਂ ਪਹਿਲਾਂ ਉਹ ਸਹਿਮਤੀ ਤੇ ਸਾਈਨ ਕਰਾਏਗਾ ਤਾਂ ਸਹਿਮਤੀ ਸਾਬਤ ਹੋ ਗਈ ਕਿ ਸਹਿਮਤੀ ਹੈ ਕਿਸਾਨ ਦੀ। ਉਸ ਤੋਂ ਅੱਗੇ ਜ਼ਮੀਨ ਉਹਦੇ ਕੋਲੇ ਚਲੀ ਗਈ। ਜਦੋਂ ਜ਼ਮੀਨ ਉਹਦੇ ਕੋਲੇ ਚਲੀ ਗਈ ਤਾਂ ਕਿਸਾਨ ਦਾ ਹਾਲਾਤ ਦੇਖੋ ਕੀ ਬਣਨਾ ਹੈ। ਇਹ ਹੁਣ ਇੱਥੇ ਆ ਕੇ ਜ਼ਮੀਨ ਉਹਦੇ ਕੋਲੇ ਚਲੀ ਗਈ। ਇਸ ਤੋਂ ਅੱਗੇ ਸ਼ੁਰੂ ਹੁੰਦਾ ਹੈ ਤੀਸਰਾ ਕਾਨੂੰਨ, ਜਿਹੜੀਆਂ ਸੋਧਾਂ ਕਰਕੇ ਬਣਾਇਆ ਗਿਆ। ਉਹ ਇਹ ਹੈ ਕਿ ਤੁਹਾਡੀ ਜਿਹੜੀ ਫਸਲ ਹੈ ਹੁਣ ਤੁਹਾਡੀ ਤਾਂ ਰਹਿ ਨਹੀਂ ਗਈ, ਫਸਲ ਕਿਹਦੀ ਹੋ ਗਈ? ਜਿਹੜਾ ਕੰਟਰੈਕਟਰ ਹੈ, ਜਿਹਨੇ ਤੁਹਾਡੀ ਜ਼ਮੀਨ ਠੇਕੇ ਤੇ ਲਈ ਹੈ। ਉਹ ਅਡਾਨੀ ਹੋ ਸਕਦਾ, ਉਹ ਅਮਾਨੀ ਹੋ ਸਕਦਾ, ਕੋਈ ਹੋਰ ਦੂਜਾ ਤੀਜਾ ਵੀ ਹੋ ਸਕਦਾ, ਅਮੀਰ ਘਰਾਣਾ ਕੋਈ ਵੀ ਹੋ ਸਕਦਾ। ਔਰ ਉਹ ਜਦੋਂ ਜ਼ਮੀਨ ਲੈ ਕੇ ਉਹ ਖੇਤੀ ਕਰਨ ਲੱਗੇ ਤਾਂ ਸਾਡੇ ਕੋਲੇ ਅਸੀਂ ਸੋਚਾਂਗੇ ਕਿ ਅੱਜ ਮਤਲਬ ਜਿਹੜਾ ਸਾਡਾ ਐਵਰੇਜ ਹੈ ਉਹ 5 ਏਕੜ ਦੀ ਜ਼ਮੀਨ ਮਤਲਬ ਇੱਕ ਫਾਰਮਰ ਨੂੰ ਤਕਰੀਬਨ ਐਵਰੇਜ ਨਿਕਲਦੀ ਹੈ। ਹੁਣ 5 ਏਕੜ ਦਾ ਮੁਤਾਬਕ ਜੇ ਆਪਾਂ ਹਿਸਾਬ ਲਾਈਏ ਕਿ ਇੱਕ ਫਾਰਮਰ ਨੂੰ ਜੇਕਰ ਉਹ 40,000 ਰੁਪਈਆ ਠੇਕਾ ਵੀ ਦੇਣ ਤਾਂ ਲਗਭਗ 2 ਲੱਖ ਰੁਪਈਆ ਸਾਡੇ ਫਾਰਮਰ ਦੀ ਜੇਬ ਦੇ ਵਿੱਚ ਠੇਕੇ ਤੇ ਜ਼ਮੀਨ ਦੇਣ ਲੱਗਿਆ ਨੇ ਉਹਨਾਂ ਨੇ ਪਾਤਾ। ਹੁਣ ਅਗਲਾ ਕਾਨੂੰਨ ਨੇ ਪੈਸੇ ਵਾਪਸ ਲਿਜਾਣੇ ਆ ਫਿਰ ਉਸੇ ਅਡਾਨੀਆਂ ਬਾਨੀਆਂ ਕੋਲੇ ਜਾਂ ਉਸ ਕੰਪਨੀਆਂ ਕੋਲੇ। ਉਹ ਕਿਵੇਂ ਜਾਣਗੇ? ਸਾਡਾ ਕਿਸਾਨ ਵਿਚਾਰਾ ਭੋਲਾ, ਇਹਨੂੰ ਨਹੀਂ ਪਤਾ। ਉਹਨਾਂ ਨੇ ਕਾਨੂੰਨ ਦੇ ਵਿੱਚ ਇਹ ਲਿਖ ਦਿੱਤਾ ਸਰਕਾਰ ਨੇ ਕਿ ਆਪਦੇ ਲਾਗਤ ਨਾਲੋਂ 50%, 70%, 80%, 90% ਵੱਖ-ਵੱਖ ਫਸਲਾਂ ਦਾ ਸਿਸਟਮ ਨਾਲ ਦਿੱਤਾ ਉਹਨਾਂ ਨੇ ਕਿ ਉਹ 100% ਤੱਕ ਫਸਲ ਦਾ ਰੇਟ ਵੱਧ, ਜਿਹੜੀ ਚੀਜ਼ ਉਹਨਾਂ ਨੇ ਪੈਦਾ ਕੀਤੀ ਔਰ ਸਟੋਰ ਕੀਤੀ ਉਹਦਾ 100% ਤੱਕ ਰੇਟ ਵੀ ਵੱਧ ਚਾਰਜ ਕਰ ਸਕਦੇ ਨੇ। ਹੁਣ ਜਦੋਂ 100% ਤੱਕ ਰੇਟ ਵੱਧ ਚਾਰਜ ਕਰਨ ਦੀ ਗੱਲ ਆਏਗੀ ਤਾਂ ਬੜੀ ਇੰਪੋਰਟੈਂਟ ਗੱਲ ਹੈ ਇੱਥੇ ਸਮਝਣ ਵਾਲੀ ਕਿ ਸਾਡੇ ਕਿਸਾਨ ਨੂੰ ਕੋਈ ਪਤਾ ਨਹੀਂ ਸਾਡੀ ਫਸਲ ਦਾ ਲਾਗਤ ਖਰਚਾ ਕੀ ਹੈ। ਲਾਗਤ ਖਰਚਾ ਸਾਡੀ ਜਿਹੜੀ ਇਹ ਕੈਲਕੂਲੇਸ਼ਨ ਹੈ, ਜਥੇਬੰਦੀਆਂ ਦੀ ਜਿਹੜੀ ਕੈਲਕੂਲੇਸ਼ਨ ਉਹ ਇਹ ਹੈ ਕਿ ਲਗਭਗ 3200 ਰੁਪਈਆ ਇੱਕ ਕੁਇੰਟਲ ਕਣਕ ਪੈਦਾ ਕਰਨ ਤੇ ਕਿਸਾਨ ਦਾ ਖਰਚ ਆਉਂਦਾ ਹੈ। ਜੇ ਉਹ ਕਿਸਾਨ ਦਾ 3200 ਰੁਪਈਆ ਖਰਚ ਆਉਂਦਾ ਹੈ ਤਾਂ ਕਿਸਾਨ ਦੇ ਬਹੁਤ ਸਾਰੇ ਖਰਚੇ ਨੇ ਜਿਹੜੇ ਮਤਲਬ ਕਿਸਾਨ ਜੋੜਦਾ ਨਹੀਂ। ਨਾ ਸੁਪਰਵਿਜ਼ਨ ਦਾ ਚਾਰਜ ਜੋੜਦਾ ਹੈ, ਨਾ ਉਹਦੇ ਪ੍ਰੋਸੈਸਿੰਗ ਚਾਰਜ ਜੋੜਦਾ ਹੈ, ਨਾ ਪੈਕਿੰਗ ਚਾਰਜ ਜੋੜਦਾ ਹੈ, ਨਾ ਲਿਫਟਿੰਗ ਚਾਰਜ ਜੋੜਦਾ ਹੈ। ਇਹ ਕੁਛ ਨਹੀਂ ਜੋੜਦਾ। ਘਰੇ ਸਟੋਰ ਕਰਤਾ ਉਹਦਾ ਵੀ ਚਾਰਜ ਨਹੀਂ ਜੋੜਦਾ। ਹੁਣ ਇਹਨਾਂ ਕੰਪਨੀਆਂ ਨੇ ਤਾਂ ਉਹ ਸਾਰਾ ਕੁਝ ਜੋੜਨਾ ਹੈ। ਇਹ ਸਾਰਾ ਕੁਝ ਜੋੜ ਕੇ ਕੰਪਨੀਆਂ ਨੇ ਇਸ ਫਸਲ ਦਾ ਜਿਹੜਾ ਲਾਗਤ ਖਰਚਾ ਹੈ ਇੱਕ ਕੁਇੰਟਲ ਦਾ ਲਗਭਗ ਨੀਅਰ ਅਬਾਊਟ 4500 ਰੁਪਈਆ ਖਰਚਾ ਸ਼ੋ ਹੋਏਗਾ, ਸਾਹਮਣੇ ਨਿਕਲ ਕੇ ਆਏਗਾ। ਇਹ ਤੁਸੀਂ ਕਲਮ ਫੜ ਕੇ ਆਪ ਵੀ ਹਿਸਾਬ ਕਰ ਸਕਦੇ ਹੋ। ਹੁਣ ਜਦੋਂ 4500 ਰੁਪਈਆ ਖਰਚਾ ਨਿਕਲ ਕੇ ਆਇਆ, ਸਰਕਾਰ ਨੇ ਉਹਨੂੰ ਰਿਆਇਤ ਦੇ ਰੱਖੀ ਹੈ ਕਿ ਤੁਸੀਂ ਇਹਨੂੰ ਡਬਲ ਤੱਕ ਵੀ ਲੈ ਸਕਦੇ ਹੋ। ਅਗਰ ਉਹ ਡਬਲ ਲੈਂਦੇ ਨੇ ਉਸ ਫਸਲ ਦੇ ਪੈਸਿਆਂ 'ਚੋਂ ਤਾਂ ਤੁਸੀਂ ਅਨੁਮਾਨ ਲਾ ਲਓ ਕਿ 4500 ਨੂੰ ਡਬਲ ਕਰੀਏ ਤਾਂ 9000 ਰੁਪਈਆ ਹੋਇਆ। ਹੁਣ ਇੱਕ ਸਧਾਰਨ ਪਰਿਵਾਰ ਆ ਜਿਹਦੇ ਘਰ ਦੇ ਵਿੱਚ ਮਤਲਬ 5-6 ਜੀ ਆ, 7 ਮੈਂਬਰ ਨੇ, ਉਹਨੂੰ ਲਗਭਗ 15-18-20 ਕੁਇੰਟਲ ਕਣਕ ਘਰੇ ਰੱਖਣ ਦੀ ਲੋੜ ਹੈ, ਉਹਨੂੰ ਜ਼ਰੂਰਤ ਹੈ ਇਸ ਚੀਜ਼ ਦੀ। ਅਗਰ ਉਹ 20 ਕੁਇੰਟਲ ਕਣਕ ਰੱਖਦਾ ਘਰੇ ਤਾਂ 9000 ਨੂੰ ਕੁਇੰਟਲ ਕਣਕ ਉਹਨੂੰ ਖਰੀਦਣੀ ਪਈ ਉਹਨਾਂ ਅਡਾਨੀਆਂ ਬਾਨੀਆਂ ਤੋਂ, ਉਸ ਕੰਪਨੀ ਤੋਂ, ਤਾਂ ਤੁਸੀਂ ਅੰਦਾਜ਼ਾ ਲਾਓ ਕਿ 1,80,000 ਰੁਪਈਆ ਵਾਪਸ ਉਸੇ ਖਜ਼ਾਨੇ ਦੇ ਵਿੱਚ ਚਲਿਆ ਗਿਆ ਔਰ ਕਿਸਾਨ ਦੇ ਘਰੇ ਖਾਣ ਲਈ ਕਣਕ ਆ ਗਈ। ਜਦੋਂ ਕਿਸਾਨ ਦੇ ਘਰੇ ਖਾਣ ਲਈ ਕਣਕ ਆ ਗਈ ਤਾਂ ਫਿਰ ਜਿਹੜੀ ਕਿਸਾਨ ਦੀਆਂ ਬਾਕੀ ਸਾਰੀਆਂ ਲੋੜਾਂ ਹੈ, ਬੱਚਿਆਂ ਦੀ ਪੜ੍ਹਾਈ ਵੀ ਕਰਨੀ ਹੈ, ਘਰੇ ਲੜਕੀ ਮਟਿਆਰ ਸ਼ਾਦੀशुदा ਕਰਨ ਹਜੇ ਨਹੀਂ ਗਈ ਵਿਚਾਰੀ ਦੀ ਸ਼ਾਦੀ ਕਰਨੀ ਹੈ, ਅਨਮੈਰਿਡ ਬੇਟੀ ਹੈ, ਉਹਦੇ ਵਾਸਤੇ ਵੀ ਉਹਨੂੰ ਪੈਸਾ ਚਾਹੀਦਾ ਹੈ। ਮਾਂ ਬਿਮਾਰ ਹੈ, ਬਾਪ ਬਿਮਾਰ ਹੈ, ਉਹਦੇ ਇਲਾਜ ਵਾਸਤੇ ਵੀ ਪੈਸਾ ਚਾਹੀਦਾ ਹੈ। ਪਰਿਵਾਰ ਨੂੰ ਕੱਪੜੇ ਵੀ ਚਾਹੀਦੇ ਨੇ, ਪਰਿਵਾਰ ਨੂੰ ਜੁੱਤੀ ਜੋੜਾ ਵੀ ਚਾਹੀਦਾ, ਪਰਿਵਾਰ ਨੂੰ ਘਰੇ ਰਹਿਣ ਵਾਸਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋੜੀਂਦੀਆਂ ਉਹ ਸਾਰੀਆਂ ਹਜੇ ਮਗਰ ਖੜੀਆਂ। ਉਹਨਾਂ ਦੀ ਪੂਰਤੀ ਲਈ ਫਿਰ ਕਿਸਾਨ ਕੀ ਕਰੇਗਾ? ਉਹਦੀ ਕੋਈ ਮਤਲਬ ਉਹਦੀ ਪੇਸ਼ ਨਹੀਂ ਜਾਏਗੀ, ਉਹਦਾ ਕੋਈ ਰਸਤਾ ਨਜ਼ਰ ਨਹੀਂ ਹੈਗਾ। ਇੱਥੇ ਆ ਕੇ ਇਸ ਕਾਨੂੰਨ ਨੇ ਜਿੱਥੇ ਕਿਸਾਨ ਨੂੰ ਮਾਰ ਪਾਉਣੀ ਹੈ ਉੱਥੇ ਆਮ ਖਪਤਕਾਰ ਤੇ ਵੀ ਇਹੀ ਮਾਰ ਪੈਣੀ ਹੈ, ਸਾਡਾ ਮਜ਼ਦੂਰ ਭਾਈਚਾਰੇ ਤੇ ਵੀ ਇਹੀ ਮਾਰ ਪੈਣੀ ਹੈ। ਕਿਉਂਕਿ ਇਹਨਾਂ ਨੇ ਜਦੋਂ ਸਾਡਾ ਫਾਰਮਰ ਨੂੰ ਆਪਦੀਆਂ ਬਾਕੀ ਲੋੜਾਂ ਦੇ ਲਈ ਜਦੋਂ ਚੀਜ਼ ਉਹਦੇ ਕੋਲੇ ਪੈਸਾ ਹੀ ਨਾ ਹੋਇਆ ਤਾਂ ਬਾਕੀ ਲੋੜਾਂ ਪੂਰੀਆਂ ਕਰਨ ਦੇ ਲਈ ਉਹਨੂੰ ਫਿਰ ਮਜ਼ਦੂਰੀ ਕਰਨ ਵਾਲੇ ਪਾਸੇ ਨੂੰ ਮੋਲਡ ਹੋਣਾ ਪਏਗਾ, ਉਹਨੂੰ ਉਧਰਲੇ ਪਾਸੇ ਨੂੰ ਤੁਰਨਾ ਪਏਗਾ। ਜਦੋਂ ਮਜ਼ਦੂਰੀ ਕਰਨ ਤੁਰੇਗਾ, ਅੱਜ ਮਜ਼ਦੂਰ ਆ ਜਿਹੜਾ, ਇਸ ਮਜ਼ਦੂਰਾਂ ਦੀ ਗਿਣਤੀ ਦੇ ਵਿੱਚ ਇੱਕਦਮ ਜਦੋਂ 50% ਮਜ਼ਦੂਰ ਹੋਰ ਸ਼ਾਮਲ ਹੋਇਆ
ਤਾਂ ਜਦੋਂ 50% ਮਜ਼ਦੂਰ ਹੋਰ ਸ਼ਾਮਲ ਹੋਇਆ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਜ਼ਦੂਰੀ ਦਾ ਰੇਟ ਇਹ ਨਹੀਂ ਰਹੇਗਾ, ਕਿਉਂਕਿ ਜਦੋਂ ਸਰਪਲਸ ਹੋ ਗਿਆ ਮਜ਼ਦੂਰ ਤਾਂ ਉਹਦਾ ਰੇਟ ਡਿੱਗਣਾ ਹੀ ਡਿੱਗਣਾ ਮਜ਼ਦੂਰੀ ਦਾ। ਔਰ ਮਜ਼ਦੂਰੀ ਦਾ ਜੇ ਅੱਜ 300 ਰੁਪਈਆ ਰੇਟ ਹੈ ਤਾਂ ਸੁਭਾਵਿਕ ਹੈ ਕਿ 80 90 ਜਾਂ 100 ਰੁਪਈਆ ਮਜ਼ਦੂਰੀ ਦਾ ਰੇਟ ਹੋਏਗਾ। ਹੁਣ 90 ਰੁਪਈਏ ਜਾਂ 100 ਰੁਪਈਆ ਮਜ਼ਦੂਰੀ ਲਈ ਇੱਕ ਬੰਦੇ ਨੇ, ਔਰ ਕਣਕ ਨੂੰ 1 ਕਿਲੋ ਖਾਣਿਆ ਜਿਹੜਾ ਆਟਾ, ਹੁਣ ਉਹਨੇ 90 ਰੁਪਏ ਕਿਲੋ ਦਾ ਕਣਕ ਹੈ, ਕਣਕ ਨੇ ਅੱਗੇ ਆਟਾ ਬਣਨਾ ਹੈ। ਆਟਾ ਜਦੋਂ ਬਣਨਾ ਹੈ ਤਾਂ ਉਦੋਂ ਮਤਲਬ ਲਗਭਗ 150 ਰੁਪਏ ਨੂੰ ਮਿਲਣਾ ਹੈ, ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਕਣਕ ਸਾਡੀ 1900 ਰੁਪਏ ਨੂੰ ਵਿਕਦੀ ਹੈ, ਆਟਾ 25 30 ਰੁਪਏ ਮਿਲਦਾ ਹੈ ਲੋਕਾਂ ਨੂੰ। ਤੋ ਇਸੇ ਹਿਸਾਬ ਨਾਲ ਅੱਗੇ ਜਾ ਕੇ ਹੋਣਾ, ਜਦੋਂ ਆਟਾ 125 ਨੂੰ 100 ਨੂੰ ਮਿਲਿਆ 150 ਨੂੰ ਮਿਲਿਆ ਤਾਂ ਅੱਧਾ ਕਿਲੋ ਆਟਾ ਉਹ ਪਰਿਵਾਰ ਇੱਕ ਵਿਅਕਤੀ ਆਪਦੀ ਦਿਹਾੜੀ ਕਰੇਗਾ ਤੇ ਉਹ ਆਪਦੇ ਹੀ ਖਾਣ ਜੋਗਰੀ ਦਾ ਆਟਾ ਖਰੀਦ ਸਕੇਗਾ, ਬਾਕੀ ਸਾਰਾ ਸਮਾਨ ਉਹਦਾ ਫਿਰ ਰਹਿ ਜਾਏਗਾ। ਤੋ ਇਹ ਗੱਲਾਂ ਸਾਰੀਆਂ ਨੂੰ ਧਿਆਨ ਦੇ ਵਿੱਚ ਜਦੋਂ ਰੱਖਦੇ ਹਾਂ ਤਾਂ ਸਾਡੇ ਜਿਹੜੇ ਮਜ਼ਦੂਰ ਪਰਿਵਾਰਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਫਿਰ ਜੀਵਨ ਦੇਖੋ ਕਿਸ ਤਰ੍ਹਾਂ ਦਾ ਹੋਏਗਾ। ਔਰ ਜਿਹੜੇ ਸਾਡੇ ਕਿਸਾਨ ਨੇ, ਕਿਸਾਨ ਦੇ ਇਹ ਪੈਸੇ ਕਣਕ ਆਟਾ ਤਾਂ ਘਰੇ ਆ ਗਿਆ, ਬਾਕੀ ਲੋੜਾਂ ਪੂਰੀਆਂ ਕਰਨ ਲਈ ਇਹਨੂੰ ਵੀ ਆਪਦਾ ਪਰਿਵਾਰ ਮਜ਼ਦੂਰੀ ਕਰਨ ਲਈ, ਤਨ ਢੱਕਣ ਲਈ ਕੱਪੜਾ ਚਾਹੀਦਾ ਹੈ, ਲੜਕੀ ਦੀ ਸ਼ਾਦੀ ਕਰਨ ਲਈ ਪੈਸੇ ਚਾਹੀਦੇ ਨੇ, ਬੱਚਿਆਂ ਦੀ ਫੀਸ ਭਰਨ ਲਈ ਫੀਸ ਦੇ ਵਾਸਤੇ ਪੈਸੇ ਚਾਹੀਦੇ ਨੇ, ਬੁੱਕਸ ਲਈ ਪੈਸੇ ਚਾਹੀਦੇ ਨੇ, ਇਲਾਜ ਲਈ ਪੈਸੇ ਚਾਹੀਦੇ ਨੇ, ਮਕਾਨ ਦਾ ਕੁਝ ਨੁਕਸਾਨ ਹੋ ਗਿਆ ਉਹਦੇ ਲਈ ਪੈਸੇ ਚਾਹੀਦੇ ਨੇ, ਉਹਦੇ ਲਈ ਇਹਨੂੰ ਵੀ ਮਜ਼ਦੂਰੀ ਕਰਨੀ ਪਏਗੀ। ਫਿਰ ਇਹ ਜਦੋਂ ਮਜ਼ਦੂਰੀ ਕਰੇਗਾ ਉਹਦੇ ਵਿੱਚ ਮਜ਼ਦੂਰੀ ਇਕੱਲਾ ਇੱਕ ਵਿਅਕਤੀ ਨਹੀਂ ਕਰ ਸਕੇਗਾ, ਇੱਕ ਵਿਅਕਤੀ ਦੀ ਮਜ਼ਦੂਰੀ ਨਾਲ ਕੰਮ ਨਹੀਂ ਚੱਲੇਗਾ। ਉਹ ਮਜ਼ਦੂਰੀ ਫਿਰ ਸਾਡੇ ਸਮੁੱਚੇ ਪਰਿਵਾਰ ਨੂੰ, ਸਾਡੇ ਬੱਚਿਆਂ ਨੂੰ, ਸਾਡੀਆਂ ਔਰਤਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਰਿਆਂ ਨੂੰ ਕਰਨੀ ਪਏਗੀ। ਔਰ ਇਹੀ ਸਰਕਾਰ ਦੀ ਮਤਲਬ ਮਨਸ਼ਾ ਹੈ ਕਿ ਸਾਡੇ ਕੋਲੋਂ ਜ਼ਮੀਨਾਂ ਖੋ ਕੇ ਅਡਾਨੀਆਂ ਅਬਾਨੀਆਂ ਨੂੰ ਦੇ ਕੇ ਔਰ ਸਾਨੂੰ ਕੰਗਾਲ ਬਣਾ ਕੇ ਸਾਡੇ ਕੋਲੋਂ ਦਿਹਾੜੀ ਤੇ ਮਜ਼ਦੂਰੀ ਕਰਵਾਉਣ ਦੀ ਸਰਕਾਰ ਦੀ ਇਹਨਾਂ ਕਾਨੂੰਨਾਂ ਦੇ ਜ਼ਰੀਏ ਇੱਕ ਮਨਸ਼ਾ ਹੈ ਜਿਹੜੀ ਉਹ ਲੈ ਕੇ ਆਏ ਨੇ। ਔਰ ਇਹਨਾਂ ਕਰਕੇ ਹੀ ਇਹਨਾਂ ਕਾਨੂੰਨਾਂ ਦਾ ਪੂਰਾ ਦੇਸ਼, ਹਰ ਬੁੱਧੀਜੀਵੀ ਵਰਗ, ਹਰ ਸਮਝਦਾਰ ਰੱਖਣ ਵਾਲਾ ਵਿਅਕਤੀ, ਉਹ ਦੇਸ਼ ਦਾ ਚਾਹੇ ਕਿਸੇ ਵੀ ਕੈਟੇਗਰੀ ਦੇ ਵਿੱਚ ਬੈਠਾ ਕੋਈ ਵਿਅਕਤੀ, ਚਾਹੇ ਉਹ ਮਜ਼ਦੂਰੀ ਕਰ ਰਿਹਾ ਹੈ, ਚਾਹੇ ਉਹ ਕਿਸਾਨੀ ਕਰ ਰਿਹਾ ਹੈ, ਚਾਹੇ ਉਹ ਮੁਲਾਜ਼ਮ ਹੈ, ਚਾਹੇ ਉਹ ਵਪਾਰੀ ਹੈ, ਚਾਹੇ ਕਿਸੇ ਵੀ ਥਾਂ ਤੇ ਬੈਠਾ, ਇੱਥੋਂ ਤੱਕ ਕਿ ਸਾਡੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ, ਸਾਡੇ ਸੁਪਰੀਮ ਕੋਰਟ ਦਾ ਸਾਰੇ ਦੇ ਸਾਰੇ ਬਾਰ ਐਸੋਸੀਏਸ਼ਨ, ਸਾਡੇ ਹੋਰ ਬਹੁਤ ਸਾਰੇ ਅਦਾਰੇ ਨੇ ਜਿਹੜੇ ਅੱਜ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ ਔਰ ਇਸੇ ਗੱਲ ਨੂੰ ਲੈ ਕੇ ਇਹ ਅੰਦੋਲਨ ਛਿੜਿਆ ਹੋਇਆ ਹੈ। ਸੋ ਇਹ ਸਾਰੀ ਕਹਾਣੀ ਦੇ ਵਿੱਚੋਂ ਸਮਝ ਆਉਂਦਾ ਹੈ ਕਿ ਕਿਸਾਨ ਨੂੰ ਕਿਵੇਂ ਮਜ਼ਦੂਰ ਬਣਾਉਣਾ ਹੈ ਤੇ ਮਜ਼ਦੂਰ ਨੂੰ ਅੱਗੇ ਜਾ ਕੇ ਅਡਾਨੀਆਂ ਅਬਾਨੀਆਂ ਨੂੰ ਸਸਤਾ ਮਜ਼ਦੂਰ ਦੇਣ ਦੀ ਇੱਕ ਪਾਲਿਸੀ ਦੇ ਤਹਿਤ, ਤਾਂ ਕਿ ਮਜ਼ਦੂਰ ਸਰਪਲਸ ਹੋ ਜੇ, ਸਰਪਲਸ ਹੋਇਆ ਮਜ਼ਦੂਰ ਹੈ ਜਿਹੜਾ ਉਹ ਸਸਤਾ ਮਜ਼ਦੂਰ ਫਿਰ ਕਾਰਪੋਰੇਟ ਲੋਕਾਂ ਨੂੰ ਮਿਲੇ ਔਰ ਸਾਰੇ ਦਾ ਸਾਰਾ ਮੁਨਾਫਾ ਜਿਹੜਾ ਉਹਨਾਂ ਕਾਰਪੋਰੇਟਾਂ ਦੇ ਘਰੇ ਚਲਿਆ ਜਾਵੇ। ਇਹ ਸਰਕਾਰ ਦੀ ਨੀਤੀ ਹੈ ਜਿਹਦਾ ਅਸੀਂ ਸਾਰੇ ਜਣੇ ਰਲ ਮਿਲ ਕੇ ਡਟ ਕੇ ਵਿਰੋਧ ਕਰ ਰਹੇ ਹਾਂ। ਧੰਨਵਾਦ ਜੀ। ਸੋ ਇਹ ਸਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਕਿ ਕਿੱਦਾਂ ਇਹ ਕਾਨੂੰਨ ਨੇ ਜੋ ਕਿਸਾਨ ਨੂੰ ਮਜ਼ਦੂਰ ਬਣਾਉਣ ਦੇ ਵਿੱਚ ਸਹਾਇਕ ਹੋਣਗੇ ਤੇ ਅੰਬਾਨੀਆਂ ਅਡਾਨੀਆਂ ਦਾ ਬੰਦੂਆ ਮਜ਼ਦੂਰ ਜੋ ਬਣਾ ਦੇਣਗੇ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਕੁੰਡਲੀ ਵਾਟਰ।